बोले सोने हाल सास भी अकाल। ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਾਲਹਿ ਅਕਿਰਤ ਕਣਾਮ, ਪੂਰਨ ਦ੍ਰਿਸ਼ਟ ਤੇਰੀ ਰਾਮ। ਹਸਤ ਅਲੰਬਨ ਦੇਹੋ ਪ੍ਰਭ, ਗਰਤਹੁ ਉਦਰ ਗੋਪਾਲ। ਮੋਹਿ ਨਿਰਗੁਣ ਮਤ ਥੋਰੀਆ, ਤੁਮ ਸਦ ਹੀ ਦੀਨ ਦਿਆਲ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੁਗੋ ਜੁਗ ਅਟਲ, ਚਬਰ ਤਖਤ ਦੇ ਮਾਲਕ ਪ੍ਰਤੱਖ ਗੁਰੂ, ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ, ਸਮੇਂ ਸਮੇਂ ਦੇ ਨਾਲ ਪੰਥਕ ਜਜ਼ਬਿਆਂ ਦੀ, ਪੰਥਕ ਹਿੱਤਾਂ ਦੀ ਤਰਜਮਾਨੀ ਕਰਨ ਵਾਲੇ ਅਕਾਲ ਚੈਨਲ ਵੱਲੋਂ ਇੱਕ ਜਥੇਬੰਦੀ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਨਾਮ ਅਕਾਲ ਏਡ ਦੇ ਨਾਲ ਪੂਰੇ ਵਰਲਡ ਦੇ ਵਿੱਚ ਇਹ ਨਾਮ ਪ੍ਰਸਿੱਧ ਹੈ। ਕਿਉਂਕਿ ਇਸ ਸੰਸਥਾ ਦੇ ਮੁਖੀ ਜਿਹੜੇ ਨੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਜੀ ਕੂਨਰ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਸਮੇਂ ਸਮੇਂ ਦੇ ਨਾਲ ਜਿੱਥੇ ਵੀ ਕੁਦਰਤ ਦੀ ਆਫਤ ਆਈ, ਕੁਦਰਤ ਦੀ ਕੋਈ ਮਾਰ ਪਈ, ਉਹਨਾਂ ਇਲਾਕਿਆਂ ਦੇ ਵਿੱਚ ਜਾ ਕਰਕੇ ਇਸ ਸੰਸਥਾ ਨੇ ਤਨੋਂ ਮਨੋਂ ਧਨੋਂ ਹੋ ਕਰਕੇ ਮਨੁੱਖਤਾ ਦੀ ਸੇਵਾ ਕੀਤੀ ਔਰ ਬੇਅੰਤ ਸੇਵਾਵਾਂ ਅੱਜ ਵੀ ਚੱਲ ਰਹੀਆਂ ਨੇ। ਇਸ ਇਲਾਕੇ ਦੇ ਵਿੱਚ ਵੀ ਜਦੋਂ ਹੜ੍ਹ ਆਏ ਪਿਛਲੇ ਸਮੇਂ ਅੰਦਰ, ਤਾਂ ਲਗਭਗ 6 ਮਹੀਨੇ ਦਾ ਸਮਾਂ ਇਸ ਇਲਾਕੇ ਦੇ ਵਿੱਚ ਇਹਨਾਂ ਨੇ ਸੇਵਾਵਾਂ ਨਿਭਾਈਆਂ। ਕੂਨਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਹ ਸੰਸਥਾ ਦੀ ਪੂਰੀ ਟੀਮ ਦਿਨ ਰਾਤ ਵਰਕ ਕਰਦੀ ਹੈ, ਜਿਨ੍ਹਾਂ ਵਿੱਚ ਭਾਈ ਤੇਜਿੰਦਰ ਸਿੰਘ ਜੀ, ਭਾਈ ਚਰਨਜੀਤ ਸਿੰਘ, ਲਾਡੀ ਵੀਰ ਜੀ ਤੇ ਉਹਨਾਂ ਦੇ ਸਹਿਯੋਗੀ ਜਿੰਨੇ ਵੀ ਨੇ, ਆਪ ਕਮਰ ਕੱਸਾ ਕਰਕੇ ਮਨੁੱਖਤਾ ਦੀ ਸੇਵਾ ਵਾਸਤੇ ਚੱਲੇ ਔਰ ਜਿੱਥੇ ਬੇਅੰਤ ਸੇਵਾਵਾਂ ਕੀਤੀਆਂ। ਮੈਂ ਫਿਰ ਬੇਨਤੀ ਕਰਾਂ, ਕੋਈ ਵੀ ਇਲਾਕਾ ਹੋਵੇ, ਚਾਹੇ ਜੰਮੂ ਕਸ਼ਮੀਰ ਹੋਵੇ, ਸ਼੍ਰੀਨਗਰ ਹੋਵੇ, ਬੰਗਾਲ ਹੋਵੇ, ਨੇਪਾਲ ਹੋਵੇ, ਜਿੱਥੇ ਜਿੱਥੇ ਵੀ ਕੋਈ ਕੁਦਰਤੀ ਆਫਤਾਂ ਆਈਆਂ, ਆਪਣੀਆਂ ਜਾਨਾਂ ਨੂੰ ਜ਼ੋਖਮ ਵਿੱਚ ਪਾ ਕਰਕੇ ਇਹ ਸੰਸਥਾ ਦੀ ਟੀਮ ਨੇ ਮਨੁੱਖਤਾ ਦੀ ਬਾਂਹ ਫੜੀ ਔਰ ਜਿੱਥੇ ਮਹਾਨ ਸੇਵਾਵਾਂ ਕੀਤੀਆਂ
ਉਥੇ ਨਾਲ ਦੀ ਨਾਲ, ਕਿਉਂਕਿ ਇਲਾਕਿਆਂ ਦੇ ਵਿੱਚ ਵਿਚਰਨ ਵਾਲਿਆਂ ਨੂੰ ਇਲਾਕਿਆਂ ਦਾ ਪਤਾ ਹੁੰਦਾ ਹੈ। ਜਿਹੜਾ ਘਰੋਂ ਹੀ ਨਹੀਂ ਨਿਕਲਦਾ ਉਹਨੂੰ ਇਲਾਕਿਆਂ ਦਾ ਨਹੀਂ ਪਤਾ ਲੱਗਦਾ ਕਿ ਕਿਸ ਇਲਾਕੇ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ। ਇਹਨਾਂ ਨੇ ਸਮੇਂ ਦੀ ਨਬਜ਼ ਨੂੰ ਪਹਿਚਾਣਿਆ। ਉਹਨਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਪਿੰਡਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਬੜੀ ਘਾਟ ਹੈ, ਅੱਜ ਪਹਿਲਾ ਸਿੱਖੀ ਸੰਭਾਲ ਲਹਿਰ ਸਮਾਗਮ ਆਰੰਭ ਕਰਕੇ, ਇਹ ਪਹਿਲਾ ਹੈ। ਲਗਾਤਾਰ ਮਹੀਨਾ ਵਾਈਜ਼ ਇਹਨਾਂ ਨੇ ਰੂਟੀਨ ਬਣਾਈ ਕਿ ਮਹੀਨਾ ਵਾਈਜ਼ ਸਮਾਗਮ ਜਿਹੜੇ ਚੱਲਣੇ ਨੇ। ਪਹਿਲਾ ਸਮਾਗਮ ਆਪ ਦੇ ਨਗਰ ਤੋਂ, ਆਪ ਦੇ ਇਲਾਕੇ ਤੋਂ ਆਰੰਭ ਕੀਤਾ ਹੈ। ਬੜੀ ਵੱਡੀ ਦੇਣ ਹੈ। ਮੈਨੂੰ ਯਾਦ ਆ ਰਿਹਾ ਸੀ, ਇੱਕ ਸਿੱਖ ਕੌਮ ਦੇ ਮਹਾਨ ਮਹਾਂਪੁਰਖ ਹੋਏ ਨੇ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਜਿਹੜਾ ਸਿੱਖ ਦੇ ਘਰ ਵਿੱਚ ਜਨਮ ਹੀ ਲੈ ਲੈਂਦਾ ਹੈ ਨਾ, ਉਹਨੂੰ ਸਭ ਤੋਂ ਪਹਿਲਾਂ ਸਿੱਖੀ ਦੀ ਪਰਿਭਾਸ਼ਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਿਖਾਈ ਹੈ ਕਿ ਪਰਉਪਕਾਰ ਕਰਨਾ, ਪਰਉਪਕਾਰੀ, ਕਿ ਦੂਸਰਿਆਂ ਵਾਸਤੇ ਜਿਉਣਾ ਹੈ। ਇਹ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੈ। ਇਸ ਪਾਵਨ ਪਵਿੱਤਰ ਇਲਾਕੇ ਦੀ ਧਰਤੀ, ਪਾਵਨ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਧਿਆਨ ਧਰ ਕੇ ਵੇਖਿਆ ਨਾ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬਾਬੇ ਡਿੱਠੀ ਪ੍ਰਿਥਵੀ, ਇਸ ਜਗ੍ਹਾ ਤੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਨਵੇਂ ਖੰਡ ਜਿੱਥੇ ਤੱਕ ਆਹੀ, 9 ਖੰਡਾਂ ਦਾ ਧਿਆਨ ਧਰਿਆ ਮੇਰੇ ਪਾਤਸ਼ਾਹ ਜੀ ਨੇ। 9 ਖੰਡਾਂ ਦਾ, 9 ਖੰਡਾਂ ਦੀ ਧਰਤੀ ਹੈ। 9 ਖੰਡਾਂ ਦਾ ਧਿਆਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੈਠਿਆਂ ਧਰਿਆ ਹੈ। ਔਰ ਕੀ ਵੇਖਿਆ? ਭਾਈ ਗੁਰਦਾਸ ਜੀ ਲਿਖਦੇ ਨੇ, ਪਹਿਲੋਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਆਨੰਦ ਕਾਰਜ ਨੇ ਹੋਇਆ ਸੀ। ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ 2 ਸਾਹਿਬਜ਼ਾਦਿਆਂ ਨੇ ਜਨਮ ਲਿਆ ਸੀ, ਭਗਵਾਨ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ। ਪਰਿਵਾਰ ਵਾਲੇ ਸਨ। ਜਿਵੇਂ ਅਸੀਂ ਪਰਿਵਾਰ ਦੇ ਨਾਲ ਮੋਹ ਕਰਦੇ ਆ ਨਾ, ਅਸੀਂ ਆਪਣੇ ਪਰਿਵਾਰ ਨੂੰ 2 ਦਿਨ ਕਿਤੇ ਛੱਡ ਕੇ ਚਲੇ ਜਾਈਏ ਤਾਂ ਪਰਿਵਾਰ ਦੀ ਭਾਅ ਦੀ ਬਣ ਜਾਂਦੀ ਹੈ। ਜਿਹੜੀ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਲੈ ਕੇ ਆਏ, ਆਪਣੇ ਪਰਿਵਾਰ ਤੱਕ ਸੀਮਤ ਨਹੀਂ ਰੱਖੀ, ਆਪਣੇ ਪਰਿਵਾਰ ਨੂੰ ਨਹੀਂ ਪਾਲਿਆ ਉਸ ਬਖਸ਼ਿਸ਼ ਦੇ ਨਾਲ। ਭਾਈ ਗੁਰਦਾਸ ਜੀ ਲਿਖਦੇ ਨੇ, ਪਹਿਲੋਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਾਈ। ਬਾਬਾ ਪੈਂਦਾ ਸੱਚਖੰਡ, 9 ਨਿਧ ਨਾਮ ਗਰੀਬੀ ਪਾਈ। ਅਗਲੀ ਪੰਕਤੀ ਤੋਂ ਇਥੋਂ ਵਿਚਾਰ ਆਰੰਭ ਹੁੰਦੀ ਹੈ ਕਿ ਬਾਬਾ ਦੇਖੇ ਧਿਆਨ ਧਰ। ਇੱਕ ਵਾਰੀ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੋ ਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਿਰਪਾ ਕਰੋ ਆਖੋ ਸਤਨਾਮ। ਸਿੱਖੀ ਦੇ ਪ੍ਰਚਾਰ ਦੀ ਲਹਿਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੋਂ ਚਲਾਈ ਸੀ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸੇ ਆਈ। ਸਾਰੀ ਪ੍ਰਿਥਵੀ ਜਿਹੜੀ ਹੈ ਸੜ ਬਲ ਰਹੀ ਸੀ। ਕਿਉਂ? ਕਿਉਂਕਿ ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਹੈ ਦੇ ਅਰਥ ਨੇ ਹਾਏ ਹਾਏ। ਸਾਰੀ ਲੁਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਹਾਏ ਹਾਏ ਕਰਦਿਆਂ ਸੁਣਿਆ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੈਠੇ ਆ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਤੇ ਫਿਰ ਕੀ ਹੋਇਆ? ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਉਦਾਸ ਹੋ ਗਏ, ਉਪਰਾਮ ਹੋ ਗਏ। ਗੁਰੂ ਨਾਨਕ ਦਾ ਸਿਧਾਂਤ ਹੈ, ਜਿਹੜਾ ਕਿਸੇ ਦੀ ਅੱਖ ਵਿੱਚ ਅਥਰੂ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ ਨਾ, ਉਹ ਗੁਰੂ ਨਾਨਕ ਦਾ ਸਿੱਖ ਤਾਂ ਨਹੀਂ ਹੋ ਸਕਦਾ। ਕਿਸੇ ਨੂੰ ਰੋਂਦਿਆਂ ਵੇਖ ਕੇ ਉਹਨੂੰ ਰੋਂਦਿਆਂ ਛੱਡ ਕੇ ਅੱਗੇ ਤੁਰ ਪੈਂਦਾ ਹੈ,
ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਸਾਲ ਭਰ ਸਾਰਾ ਸੰਸਾਰ ਰਿਹਾ ਹੈ, ਲੋਕ ਹਾਏ ਹਾਏ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਉਪਰਾਮ ਹੋ ਗਏ, ਗੁਰੂ ਨਾਨਕ ਸਾਹਿਬ ਪਾਤਸ਼ਾਹ ਉਦਾਸ ਹੋ ਗਏ। ਪਰਮਾਤਮਾ ਦੀ ਬਣਾਈ ਹੋਈ ਖਲਕਤ ਦੁਖੀ ਹੈ। ਪਰਮਾਤਮਾ ਦੀ ਬਣਾਈ ਹੋਈ ਇਸ ਖਲਕਤ ਦਾ ਦੁੱਖ ਮਨਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਦਾਸੀ ਦੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ, ਸਾਰੀ ਧਰਤੀ ਨੂੰ ਸ਼ਬਦ ਦੀ ਖੜਗ ਲੈ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਲੁਕਾਈ ਨੂੰ ਸੋਧਣ ਵਾਸਤੇ, ਦੁਨੀਆ ਦਾ ਦੁਖੀਆਂ ਦਾ ਦਰਦ ਵੰਡਾਉਣ ਵਾਸਤੇ ਮੇਰੇ ਪਾਤਸ਼ਾਹ ਇਸੇ ਧਰਤੀ ਤੋਂ ਲਹਿਰ ਆਰੰਭ ਕਰਦੇ ਨੇ, ਸਿੱਖੀ ਦੀ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ, ਜਿੱਥੋਂ ਅੱਜ ਫੇਰ ਜ਼ਰੂਰਤ ਪੈ ਗਈ ਗੁਰੂ ਨਾਨਕ ਦੇ ਸਿੱਖੀ ਨੂੰ ਸੰਭਾਲਣ ਦੀ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖੀ ਦੇ ਉਸ ਬੂਟੇ ਨੂੰ, ਉਸ ਫੁਲਵਾੜੀ ਨੂੰ ਸੰਭਾਲਣ ਦੀ ਲੋੜ ਪਈ। ਅਕਾਲ ਏਡ ਨੇ ਪਹਿਲ ਕਦਮੀ ਕੀਤੀ। ਇਸ ਇਲਾਕੇ ਤੋਂ, ਤੁਹਾਡੇ ਇਲਾਕੇ ਤੋਂ, ਤੁਹਾਡੇ ਨਗਰ ਤੋਂ ਉਹ ਗੁਰੂ ਨਾਨਕ ਦੀ ਗੱਲ ਕਰਨ ਵਾਸਤੇ, ਹੋਕਾ ਦੇਣ ਵਾਸਤੇ ਅੱਜ ਲਹਿਰ ਆਰੰਭ ਹੋਈ ਹੈ। ਗੁਰੂ ਨਾਨਕ ਦਾ ਸਿਧਾਂਤ ਹੈ ਕਿ ਕਿਸੇ ਦੀ ਅੱਖ ਵਿੱਚ ਅਥਰੂ ਆ ਕੇ ਬਾਬੇ ਨਾਨਕ ਦੀ ਵੀ ਅੱਖ ਰੋਂਦੀ ਹੈ। ਕਿਸੇ ਦੇ ਚੋਟ ਵੱਜਦੀ ਹੈ ਨਾ ਮਨੁੱਖਤਾ ਦੇ, ਜਦੋਂ ਕੋਈ ਮਨੁੱਖਤਾ ਨੂੰ ਚੋਟ ਮਾਰਦਾ ਹੈ, ਕਿਉਂਕਿ ਮਨੁੱਖਤਾ ਨੂੰ ਉਦੋਂ ਵੀ ਚੋਟ ਵੱਜ ਰਹੀ ਸੀ ਤੇ ਅੱਜ ਵੀ ਵੱਜ ਰਹੀ ਹੈ। ਮਨੁੱਖਤਾ ਨੂੰ ਉਦੋਂ ਵੀ ਚੋਟ ਵੱਜ ਰਹੀ ਸੀ, ਅੱਜ ਵੀ ਵੱਜ ਰਹੀ ਹੈ, ਤੇ ਗੁਰੂ ਨਾਨਕ ਦਾ ਹਿਰਦਾ ਰੋਂਦਾ ਹੈ। ਇਮਨਾਬਾਦ ਦੀ ਧਰਤੀ ਤੇ ਜਦੋਂ ਚੜ ਕੇ ਆਇਆ ਬਾਬਰ, ਗੁਰੂ ਨਾਨਕ ਸਾਹਿਬ ਜੀ ਨੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਰੋਸ ਜ਼ਾਹਰ ਕਰ ਲਿਆ। ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਰੋਸ ਇਸ ਗੱਲ ਦਾ ਹੈ, ਸ਼ੇਰ ਸ਼ੇਰ ਨੂੰ ਮਾਰੇ ਕੋਈ ਦੁੱਖ ਨਹੀਂ, ਕਿਉਂਕਿ ਬਰਾਬਰਤਾ ਹੈ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਵੱਡਾ ਮਨੁੱਖ ਵੱਡੇ ਨੂੰ ਮਾਰੇ ਕੋਈ ਗੱਲ ਨਹੀਂ, ਪਰ ਇੱਥੇ ਸ਼ੇਰ ਤਾਂ ਭੇਡਾਂ ਬੱਕਰੀਆਂ ਦਾ ਸ਼ਿਕਾਰ ਕਰ ਰਹੇ ਨੇ। ਜਦੋਂ ਬਾਬਰ ਬਾਣੀ ਫਿਰ ਗਈ ਸੀ ਨਾ, ਬਾਬਰ ਚੜ ਕੇ ਆਇਆ ਸੀ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣਾ ਪਿਆ ਸੀ, ਅਕਾਲ ਪੁਰਖ ਵਾਹਿਗੁਰੂ ਤੈਨੂੰ ਦਰਦ ਨਹੀਂ ਆਉਂਦਾ, ਮੈਨੂੰ ਤਾਂ ਆ ਗਿਆ ਹੈ ਤਾਂ ਖੁਦ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਖੁਦ ਨਿਰੰਕਾਰ ਨੇ। ਭੱਟਾਂ ਦੀ ਬਾਣੀ ਦੇ ਮੁਤਾਬਕ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਖਸ਼ਾਤ ਨਿਰੰਕਾਰ ਦਾ ਰੂਪ ਨੇ। ਫਿਰ ਮਹਾਰਾਜ ਦੀ ਬਾਣੀ ਅੰਦਰ ਗੁਰੂ ਅਮਰਦਾਸ ਜੀ ਨੇ ਦਰਸਾਇਆ ਕਿ ਬਾਣੀ ਵੀ ਨਿਰੰਕਾਰ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡੇ ਅਵਰ ਨ ਕੋਈ। ਇਹ ਲਹਿਰ ਗੁਰੂ ਨਾਨਕ ਨੇ ਜਿਹੜੀ ਸਿੱਖੀ ਪੈਦਾ ਕੀਤੀ ਸੀ, ਜਿਹਦੇ ਬਾਨੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ, ਉਹ ਸਿੱਖੀ ਨੂੰ ਸੰਭਾਲਣ ਵਾਸਤੇ, ਉਹਦੇ ਚੌਗਿਰਦੇ ਪ੍ਰਚਾਰ ਦੀ ਵਾਰ ਕਰਨ ਵਾਸਤੇ, ਲੋਕਾਂ ਨੂੰ ਦੱਸਣ ਵਾਸਤੇ ਕਿ ਤੁਹਾਡਾ ਵਿਰਸਾ ਬੜਾ ਅਮੀਰ ਹੈ। ਤੁਸੀਂ ਜਿਸ ਗੁਰੂ ਦੇ ਸਿੱਖ ਹੋ, ਉਸ ਗੁਰੂ ਦਾ ਦੁਨੀਆ ਤੇ ਸਾਨੀ ਕੋਈ ਨਹੀਂ। ਉਹ ਤੁਹਾਡੇ ਬਦਲੇ ਦੋ ਬੱਚਿਆਂ ਨੂੰ ਰੋਂਦਿਆਂ ਛੱਡ ਕੇ, ਵਿਲਕਦਿਆਂ ਛੱਡ ਕੇ, ਕਦੀ ਅਹਿਸਾਸ ਕਰਿਓ, ਕਦੀ ਮਹਿਸੂਸ ਕਰਿਓ, ਫੀਲ ਕਰਿਓ ਕਿ ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਰੇ ਹੋਣਗੇ ਪ੍ਰਚਾਰ ਵਾਸਤੇ, ਬਾਬਾ ਲਖਮੀ ਚੰਦ, ਬਾਬਾ ਸ਼੍ਰੀ ਚੰਦ ਜੀ ਲੱਤਾਂ ਨੂੰ ਨਹੀਂ ਚੰਬੜੇ ਹੋਣਗੇ। ਮਾਤਾ ਸੁਲੱਖਣੀ ਨੇ ਪੱਲਾ ਨਹੀਂ ਅੱਡਿਆ ਹੋਵੇਗਾ, ਸਾਨੂੰ ਤਾਂ ਛੱਡ ਕੇ ਪ੍ਰਚਾਰ ਦੇ ਦੌਰੇ ਤੇ ਚਲੇ ਚੱਲੇ ਹੋ, ਸਾਡਾ ਕੀ ਬਣੇਗਾ। ਤੁਹਾਨੂੰ ਦੱਸਣ ਵਾਸਤੇ ਕਿ ਤੁਹਾਡੇ ਬਦਲੇ ਸਾਡੇ ਗੁਰੂਆਂ ਨੇ ਕੀ ਕੀਤਾ ਹੈ। ਇਹ ਸਿੱਖੀ ਦੀ ਲਹਿਰ ਆਰੰਭ ਹੋਈ ਹੈ। ਅੱਜ ਗਿਰਾਵਟ ਪਤਾ ਕਿਉਂ ਆਈ ਹੈ ਸਾਡੀ ਕੌਮ ਦੇ ਵਿੱਚ? ਕਿਉਂਕਿ ਜਿਹੜੇ ਸਾਡੇ ਵੱਡ ਵਡੇਰਿਆਂ ਦਾ ਇਤਿਹਾਸ ਸੀ, ਉਹਨੂੰ ਕੁਝ ਕੁ ਅਖੌਤੀ ਪ੍ਰਚਾਰਕਾਂ ਨੇ ਪ੍ਰਚਾਰ ਕਰਨ ਤੋਂ ਕਹਿ ਦਿੱਤਾ ਕਿ ਕਥਾ ਕਹਾਣੀਆਂ ਮਨ ਘੜਤ ਕਹਾਣੀਆਂ ਨੇ। ਉਹ ਸਾਖੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ, ਉਹ ਸਾਖੀਆਂ 10 ਪਾਤਸ਼ਾਹੀਆਂ ਦੀਆਂ, ਉਹ ਸਾਖੀਆਂ, ਉਹ ਪ੍ਰਚਾਰ ਜਿਹੜੀਆਂ ਮਾਵਾਂ ਦਾਦੀਆਂ ਸਾਡੀਆਂ ਸਾਨੂੰ ਗੋਦ ਵਿੱਚ ਬਿਠਾ ਕੇ ਸੁਣਾਇਆ ਕਰਦੀਆਂ ਸਨ। ਅਸੀਂ ਕੇਵਲ 2 ਅਖੌਤੀ ਪ੍ਰਚਾਰਕਾਂ ਨੂੰ ਸੁਣ ਲਿਆ
ਕਿ ਇਹ ਕਥਾ ਕਹਾਣੀਆਂ ਨੇ ਅਸੀਂ ਵੀ ਸੁਣਨੀਆਂ ਬੰਦ ਕਰ ਦਿੱਤੀਆਂ। ਕਿਉਂ ਸਾਡੇ ਵਿੱਚ ਇਹ ਡਾਊਨਫਾਲ ਆਇਆ ਹੈ? ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਭੁੱਲ ਗਏ। ਜਾਂ ਪ੍ਰਭ ਕੀ ਹੋਂ ਚੇਰਲੀ ਸੋ ਸਭ ਤੇ ਉੱਚਾ। ਇਹ ਤੁਹਾਨੂੰ ਯਾਦ ਕਰਾਉਣ ਵਾਸਤੇ, ਤੁਹਾਡੇ ਅੰਦਰ ਇੱਕ ਸਿੱਖੀ ਦੀ ਚਿਣਗ ਉਹਨੂੰ ਦੁਬਾਰਾ ਸੁਰਜੀਤ ਕਰਨ ਵਾਸਤੇ ਅਕਾਲ ਏਡ ਨੇ ਉਪਰਾਲਾ ਕੀਤਾ ਹੈ। ਤੇ ਮੈਂ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ ਮੈਂ ਸਤਿਕਾਰ ਵੀ ਦੇਣਾ ਤੇ ਸ਼ਲਾਘਾ ਵੀ ਕਰਦਾ ਤੇ ਇਹਨਾਂ ਨੂੰ ਵਧਾਈ ਵੀ ਦੇਣਾ ਸਾਰੀ ਅਕਾਲ ਏਡ ਟੀਮ ਨੂੰ ਕਿ ਤੁਸੀਂ ਬੜਾ ਵੱਡਾ ਉਪਰਾਲਾ ਕੀਤਾ। ਮੈਂ ਉਸ ਮਹਾਂਪੁਰਖ ਦੀ ਗੱਲ ਕਰਨ ਲੱਗਾ ਸੀ। ਕਾਰ ਅਸੀਂ ਸਾਰੇ ਕਰਦੇ ਹਾਂ, ਉਪਕਾਰ ਅਸੀਂ ਆਪਣੇ ਪਰਿਵਾਰ ਤੇ ਕਰਦੇ ਹਾਂ, ਉਹਨੂੰ ਪਾਲਦੇ ਪੋਸਦੇ ਹਾਂ, ਕੰਮ ਕਾਰ ਕਰਦੇ ਹਾਂ। ਪਰ ਪਰਉਪਕਾਰ ਜਿਹੜਾ ਕਰਨਾ ਹੈ ਨਾ, ਉਹ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਸਿਖਾਇਆ, ਉਹ ਵਿਰਲੇ ਨੇ ਜਿਹੜੇ ਪਰਉਪਕਾਰ ਕਰਦੇ ਨੇ। ਆਪਣਿਆਂ ਲਈ ਤੇ ਸਾਰੇ ਚੁੱਲ੍ਹੇ ਤਪਾਉਨੇ ਆ, ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਵਾਸਤੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਸਖਤ ਮੁਸ਼ੱਕਤ ਕਰਦੇ ਹਾਂ। ਆਪਣਿਆਂ ਲਈ ਅਸੀਂ ਸਾਰੇ ਜਿਉਂਦੇ ਆ, ਪਰ ਕਿਸੇ ਲਈ ਜਿਉਣਾ, ਕਿਸੇ ਲਈ ਕੁਝ ਕਰਨਾ ਜਿਹੜਾ ਤੁਹਾਨੂੰ ਜਾਣਦਾ ਵੀ ਨਹੀਂ, ਜਿਹਦੇ ਨਾਲ ਤੁਹਾਡੀ ਕੋਈ ਰਿਸ਼ਤੇਦਾਰੀ ਵੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਇਹੀ ਹੈ, ਜਿਹਨੂੰ ਤੁਸੀਂ ਜਾਣਦੇ ਹੀ ਨਹੀਂ, ਉਹਦੇ ਵਾਸਤੇ ਕੁਝ ਕਰਨਾ, ਉਹਦਾ ਦਰਦ ਵੰਡਾਉਣਾ, ਉਹਨੂੰ ਕਹਿੰਦੇ ਨੇ ਪਰਉਪਕਾਰ। ਜਿਹਦੇ ਬਾਬਤ ਮਹਾਰਾਜ ਜੀ ਨੇ ਪਾਵਨ ਗੁਰਬਾਣੀ ਅੰਦਰ ਅਨੇਕਾਂ ਪ੍ਰਮਾਣ ਦਿੱਤੇ ਨੇ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ, ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਐ ਸਿੱਖੀ ਦਾ ਸਿਧਾਂਤ। ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਨਾਮ੍ਰਿਤ ਪਾਵੇ, ਗੁਰਬਾਣੀ ਲਿਖ ਪੋਥੀਆਂ। ਇਹ ਵੀ ਇੱਕ ਪਰਉਪਕਾਰ ਦਾ ਹਿੱਸਾ ਮੰਨਿਆ ਜਾਂਦਾ ਸੀ। ਜਦੋਂ ਪ੍ਰੈਸਾਂ ਨਹੀਂ ਸਨ ਤਾਂ ਉਦੋਂ ਗੁਰਸਿੱਖੀ ਕਰਦੇ ਸਨ, ਬਾਣੀ ਨੂੰ ਲਿਖ ਕੇ ਵੰਡਦੇ ਸਨ ਦੂਸਰੇ ਦੇ ਭਲੇ ਵਾਸਤੇ। ਗੁਰਬਾਣੀ ਲਿਖ ਪੋਥੀਆਂ, ਤਾਲ ਮਰਦੰਗ ਰਬਾਬ ਵਜਾਵੇ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਇਹ ਸਿੱਖੀ ਦਾ ਸਿਧਾਂਤ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਪੈਰ ਸਕਾਰ ਥੇ, ਸਾਧ ਸੰਗਤ ਚੱਲ ਜਾਏ ਜੁੜਨ ਦੇ, ਧਾਵਨ ਪਰਉਪਕਾਰ ਨੂੰ। ਗੁਰਮੁਖਾਂ ਦੇ ਪੈਰ ਸਕਾਰ ਥੇ ਸਫਲੇ ਇਸ ਕਰਕੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਜਿੱਥੇ ਕੋਈ ਪਰਉਪਕਾਰ ਕਰਨ ਨੂੰ ਪਤਾ ਲੱਗਦਾ ਹੈ ਨਾ, ਕੋਈ ਲੋੜਵੰਦ ਵੇਖਦੇ ਨੇ, ਇਹ ਪੈਰ ਧਾ ਕੇ ਉਸ ਪਾਸੇ ਵੱਲ ਨੂੰ ਚਲੇ ਜਾਂਦੇ ਨੇ। ਧਾਵਨ ਪਰਉਪਕਾਰ ਨੂੰ, ਇਹ ਸਿੱਖੀ ਦਾ ਸਿਧਾਂਤ ਹੈ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਉਹ ਮਹਾਂਪੁਰਖ ਨੇ ਸੋਚਿਆ ਕਿ ਮੈਂ ਸਿੱਖੀ ਦਾ ਪ੍ਰਚਾਰ ਜਦੋਂ ਉਹਨਾਂ ਨੇ ਆਰੰਭ ਕੀਤਾ, ਮਨ ਵਿੱਚ ਵਿਚਾਰ ਆਈ ਕਿ ਮੈਂ ਪਰਉਪਕਾਰ ਕਰਨਾ ਹੈ, ਕਿਵੇਂ ਕਰਾਂ। ਉਹਨਾਂ ਨੇ ਸੋਚਿਆ ਕਿ ਇਹ ਵੀ ਇੱਕ ਵੱਡਾ ਪਰਉਪਕਾਰ ਹੈ ਕਿ ਜਿੱਥੇ ਕੋਈ ਪ੍ਰਚਾਰਕ ਨਹੀਂ ਜਾਂਦਾ। ਉਹਨਾਂ ਸਮਿਆਂ ਦੀ ਗੱਲ ਹੈ, ਲਗਭਗ 1950 ਦੇ ਲਾਗੇ ਬੰਨੇ, 1935, ਇਸ ਪਿਛਲੇ ਦਹਾਕਿਆਂ ਦੇ ਸਮੇਂ 1935-40 ਤੋਂ ਲੈ ਕੇ 50-60 ਤੱਕ, 1950-60 ਤੱਕ ਉਹਨਾਂ ਸਿੱਖੀ ਦਾ ਪ੍ਰਚਾਰ ਕੀਤਾ, ਜਦੋਂ ਗੱਡੀਆਂ ਦੀਆਂ ਇੰਡੀਆਂ ਵੱਡੀਆਂ ਲਾਈਨਾਂ ਨਹੀਂ ਸੀ, ਸੜਕਾਂ ਦੀਆਂ ਲਾਈਨਾਂ ਨਹੀਂ ਸੀ, ਇਹਨਾਂ ਮੋਟਰ ਗੱਡੀਆਂ ਨਹੀਂ ਸੀ। ਉਹਨਾਂ ਨੇ ਸੋਚਿਆ ਮੈਂ ਪਰਉਪਕਾਰ ਕਰਾਂ, ਕਿਵੇਂ ਕਰਾਂ। ਉਹਨਾਂ ਨੇ ਸੋਚਿਆ ਜਿਨ੍ਹਾਂ ਇਲਾਕਿਆਂ 'ਚ ਕੋਈ ਪ੍ਰਚਾਰਕ ਨਹੀਂ ਨਾ ਜਾਂਦਾ, ਉਹਨਾਂ ਇਲਾਕਿਆਂ 'ਚ ਜਾ ਕੇ ਮੈਂ ਸਿੱਖੀ ਦਾ ਪ੍ਰਚਾਰ ਕਰਾਂ, ਇਹ ਵੀ ਵੱਡਾ ਪਰਉਪਕਾਰ ਹੈ। ਉਹਨਾਂ ਨੇ ਫਿਰ ਇਲਾਕਾ ਚੁਣਿਆ ਰਾਜਸਥਾਨ ਦਾ, ਗੰਗਾ ਨਗਰ ਦਾ। ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਕੀਰਤਨ ਕਥਾ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਔਰ ਆਪਣੇ ਆਪ ਨੂੰ ਭਾਗਾਂ ਵਾਲੇ ਜਾਣਿਆ। ਉਹਨਾਂ ਸਮਿਆਂ ਦੇ ਵਿੱਚ ਪਾਣੀ ਦੀ ਕਿੰਨੀ ਕਿੱਲਤ ਹੁੰਦੀ ਹੋਵੇਗੀ ਰਾਜਸਥਾਨ ਦੀ ਧਰਤੀ ਤੇ। ਸੋ ਮੈਂ ਸਮਝਦਾ ਹਾਂ ਇਹ ਵੱਡੀ ਪਰਉਪਕਾਰ ਵਾਲੀ ਗੱਲ ਖਾਲਸਾ ਅਕਾਲ ਏਡ ਨੇ ਆਰੰਭ ਕੀਤੀ ਹੈ, ਅਕਾਲ ਚੈਨਲ ਵੱਲੋਂ ਆਰੰਭ ਕੀਤੀ ਗਈ ਹੈ। ਤਾਂ ਮੈਂ ਇੱਕ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਨੇ। ਸਿੱਖ ਜਦੋਂ ਅਰਦਾਸ ਵਿੱਚ ਜੁੜਦਾ ਹੈ ਨਾ, ਤੁਹਾਨੂੰ ਯਾਦ ਕੀ ਕਰਾਉਣਾ ਹੈ ਕਿ ਤੁਹਾਡਾ ਵਿਰਸਾ ਬੜਾ ਅਮੀਰ ਹੈ। ਤੁਸੀਂ ਜਿਸ ਗੁਰੂ ਦੇ ਸਿੱਖ ਹੋ ਉਹ ਬੜਾ ਵੱਡਾ ਹੈ। ਜਿਹਦੇ ਅਸੀਂ ਪੁੱਤਰ ਪੁੱਤਰੀਆਂ ਧੀਆਂ ਹਾਂ,
ਉਹ ਗੁਰੂ ਦਾ ਸਿਧਾਂਤ ਬੜਾ ਵੱਡਾ ਹੈ, ਸਿਧਾਂਤ ਦੁਨੀਆ ਨਾਲੋਂ ਵੱਖਰਾ ਹੈ। ਸਿੱਖ ਜਦੋਂ ਅਰਦਾਸ ਵਿੱਚ ਜੁੜਦਾ ਹੈ ਨਾ, 10 ਪਾਤਸ਼ਾਹੀਆਂ ਤੋਂ ਬਾਅਦ ਨਾਮ ਆਉਂਦਾ ਹੈ ਪੰਜਾਂ ਪਿਆਰਿਆਂ ਦਾ, 4 ਸਾਹਿਬਜ਼ਾਦਿਆਂ ਦਾ। ਗੁਰੂ ਸਾਹਿਬ ਜੀ ਦੇ 5 ਪਿਆਰੇ, 4 ਸਾਹਿਬਜ਼ਾਦੇ। ਹੱਠੀਆਂ, ਜੱਪੀਆਂ, ਤੱਪੀਆਂ। ਫਿਰ ਨਾਮ ਆਏਗਾ 40 ਮੁਕਤਿਆਂ ਦਾ। ਮੁਕਤਸਰ ਸਾਹਿਬ ਦੀ ਧਰਤੀ ਤੁਹਾਡੇ ਲਾਗੇ। ਗੁਰੂ ਸਾਹਿਬ ਦੇ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ। ਇਹਨਾਂ ਦਾ ਨਾਮ ਕਿਉਂ ਆਇਆ? ਕਿਉਂਕਿ ਤੁਹਾਨੂੰ ਯਾਦ ਰਵੇ ਕਿ ਇਹਨਾਂ ਨੇ ਤੁਹਾਡੇ ਬਦਲੇ ਕੁਰਬਾਨੀਆਂ ਕੀਤੀਆਂ ਨੇ। ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਜਦੋਂ ਤੇਰੇ ਸਾਹਮਣੇ ਆਵੇ ਨਾ ਦੇਗ ਚਲਾਉਣ ਦਾ ਕੰਮ, ਉਦੋਂ ਤੇਰੇ ਸਨਮੁਖ ਸਾਰੀ ਰੀਲ ਘੁੰਮ ਜਾਣੀ ਚਾਹੀਦੀ ਹੈ ਕਿ ਇਹ ਖਾਲਸੇ ਦਾ ਕਰਮ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਖਾਲਸੇ ਦੀ ਡੈਫੀਨੇਸ਼ਨ ਦੱਸੀ ਹੈ। ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਖਾਲਸਾ ਕੌਣ ਹੈ? ਕਹਿੰਦੇ ਲੈ ਕੇ ਦੋ ਤਾਰਾ ਗਾਵੇ ਸੰਗਤ ਮੈਂ ਆਸਾ ਵਾਰ। ਦੋ ਤਾਰਾ ਮੈਨੇ ਤੰਤੀ ਸਾਜ ਨੂੰ ਕਿਹਾ ਜਾਂਦਾ ਹੈ। ਲੈ ਕੇ ਦੋ ਤਾਰਾ ਗਾਵੇ ਸੰਗਤ ਮੈਂ ਆਸਾ ਵਾਰ, ਪਕੜ ਦੋ ਧਾਰਾ ਵਾਹੇ ਸ਼ਤਰੂ ਸਿਰ ਆ ਰਹਾ ਹੈ। ਖਾਲਸੇ ਦਾ ਤੁਹਾਨੂੰ ਪਹਿਚਾਨ ਕਰਾ ਰਹੇ ਨੇ ਭਾਈ ਕਾਹਨ ਸਿੰਘ ਨਾਭਾ ਜੀ। ਕੀ ਖਾਲਸੇ ਨੂੰ, ਗੁਰੂ ਦੇ ਪੰਥ ਨੂੰ, ਗੁਰੂ ਦੇ ਸਿੱਖ ਨੂੰ, ਗੁਰੂ ਦੇ ਸਿੰਘ ਨੂੰ ਰਬਾਬ ਹੀ ਵਜਾਉਣੀ ਆਉਂਦੀ ਹੈ? ਕਹਿੰਦੇ ਨਹੀਂ। ਹੱਥ ਵਿੱਚ ਸ੍ਰੀ ਸਾਹਿਬ ਫੜ ਕੇ ਜਦੋਂ ਉਹਨੂੰ ਪਤਾ ਲੱਗਦਾ ਹੈ ਨਾ ਕਿ ਮੇਰੇ ਹਿੰਦੂ ਇਸ ਭਾਰਤ ਦੀ ਧਰਤੀ ਤੇ ਅਬਦਾਲੀ ਚੜ ਕੇ ਆਇਆ ਹੈ, ਇੱਥੋਂ ਦੀਆਂ ਬਹੁ ਬੇਟੀਆਂ ਨੂੰ ਪਕੜ ਕੇ ਤੇ ਗਜ਼ਨਵੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਨੂੰ ਜਾ ਕੇ ਵੇਚੇਗਾ, ਉਦੋਂ ਰਬਾਬ ਰੱਖ ਦਿੰਦਾ ਹੈ ਤੇ ਹੱਥ ਵਿੱਚ 2 ਧਾਰਾ ਖੰਡਾ ਫੜ ਲੈਂਦਾ ਹੈ। ਪਕੜ ਦੋ ਧਾਰਾ ਵਾਹੇ ਸ਼ਤਰੂ ਸਿਰ ਆ ਰਹਾ ਹੈ। ਫਿਰ ਖਾਲਸੇ ਨੂੰ ਖੰਡਾ ਹੀ ਚਲਾਉਣਾ ਹੁੰਦਾ ਹੈ। ਕਹਿੰਦੇ ਨਹੀਂ, ਲੈ ਕਰ ਕੜਛਾ ਹਾਥ ਵਰਤਾਵਤ ਅਟੁੱਟ ਦੇਗ। ਹੱਥ ਵਿੱਚ ਕੜਛਾ ਲੈ ਕੇ ਨਾ ਗੁਰੂ ਦੀ ਦੇਗ ਵਰਤਾਉਂਦਾ ਹੈ। ਦੇਗ ਚਲਾਈ, ਤੇਗ ਵਾਹੀ। ਫਿਰ ਦੇਗ ਚਲਾਉਂਦਾ ਹੈ, ਆਏ ਲੋੜਵੰਦ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ। ਫਿਰ ਜਦੋਂ ਪਤਾ ਲੱਗ ਜਾਵੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਅਜ਼ਮਤ ਨੂੰ ਵੰਗਾਰਨ ਵਾਸਤੇ ਦੁਸ਼ਮਣ ਚੜ ਕੇ ਆਇਆ, ਫਿਰ ਕੜਛਾ ਰੱਖ ਦਿੰਦਾ ਹੈ ਤੇ ਕਹਿੰਦੇ ਚੜ ਕੇ ਤੁਰੰਗ ਦੇਵੇ ਵੈਰੀ ਲਲਕਾਰਾ ਹੈ। ਤੁਰੰਗ ਭਾਵ ਘੋੜੇ ਤੇ ਚੜ ਕੇ ਵੈਰੀਆਂ ਨੂੰ ਲਲਕਾਰਾ ਮਾਰੇ, ਇਹ ਹੈ ਖਾਲਸਾ। ਫਿਰ ਕਹਿੰਦੇ ਮੁਖੋਂ ਭਗਤੀ ਵੈਰਾਗ ਦੀ ਸੁਣਾਵੇ ਕਥਾ, ਤੁਪਕ ਚਲਾਏ ਹੀਏ ਵੇਦ ਕਰੇ ਪਾਰਾ ਹੈ। ਤਤਵ ਗਿਆਨੀ ਅਰ ਧਿਆਨੀ ਸੋਈ, ਧੰਨ 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 ਗੁਰੂ ਖਾਲਸੋ ਹਮਾਰਾ ਹੈ। ਕਹਿੰਦੇ ਇਹ ਹੈ ਖਾਲਸੇ ਦੀ ਡੈਫੀਨੇਸ਼ਨ। ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤੇ ਅੱਗੇ ਕੀ ਆਉਂਦਾ ਹੈ? ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਰਦਾਸ ਦੇ ਸ਼ਬਦ ਨੇ ਨਾ। ਵੈਸੇ ਤਾਂ ਜੇ ਅਸੀਂ ਸਮਝ ਲਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਪ੍ਰਚਾਰ ਆਰੰਭ ਹੋ ਜਾਂਦਾ ਜਦੋਂ ਅਰਦਾਸ ਹੁੰਦੀ ਹੈ ਪ੍ਰਕਾਸ਼ ਵਾਸਤੇ, ਤੁਹਾਨੂੰ ਯਾਦ ਕਰਾਉਣ ਵਾਸਤੇ ਕਿ ਤੁਹਾਡਾ ਵਿਰਸਾ ਬੜਾ ਅਮੀਰ ਹੈ। ਇਹਨੂੰ ਤਿਆਗ ਕੇ ਤਲਾਂਜਲੀ ਦੇ ਕੇ ਐਵੇਂ ਨਾ ਇੱਧਰ ਉੱਧਰ ਤੁਰੇ ਫਿਰੀਏ, ਆਪਣੇ ਗੁਰੂ ਦੇ ਸਿਧਾਂਤ ਨੂੰ ਪਹਿਚਾਣੀਏ। ਭਾਈ ਕਾਹਨ ਸਿੰਘ ਨਾਭਾ ਜੀ ਨੇ ਇੱਕ ਬਚਨ ਲਿਖਿਆ, ਕਹਿੰਦੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੀ ਕਰ ਲੈਂਦਾ ਹੈ ਨਾ, ਦਰਸ਼ ਪਰਸ਼ ਕੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਕਹਿੰਦੇ ਜਨਮਾਂ ਜਨਮਾਤਰਾਂ ਦੇ ਕਮਾਏ ਹੋਏ ਪਾਪ ਪੁੰਨ ਰੂਪ ਧਾਰਨ ਕਰ ਲੈਂਦੇ ਨੇ ਜਿਹੜਾ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਕਰ ਲੈਂਦਾ ਹੈ। ਦਰਸ਼ਨਾਂ ਦੇ ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਅਸੀਂ ਉਸ ਗੁਰੂ ਦੇ ਸਿੱਖ ਹਾਂ, ਅਸੀਂ ਉਹ ਸਿੱਖੀ ਦੇ ਘਰ ਵਿੱਚ ਪੈਦਾ ਹੋਏ ਹਾਂ, ਜਿਹਦੇ ਗੁਰੂ ਦੇ ਦਰਸ਼ਨ ਕੀਤੇ ਹੀ ਬਰਕਤਾਂ ਘਰ ਵਿੱਚ ਆ ਜਾਂਦੀਆਂ ਨੇ, ਜਿਹਦੇ ਗੁਰੂ ਦਾ ਨਾਮ ਲਿਆ ਹੀ ਤੇਗ ਬਹਾਦਰ ਸਿਮਰੇ, ਘਰ ਨੌ ਨਿਧ ਆਵੇ ਤਾਏ। ਅੱਜ ਪਖੰਡੀਆਂ ਦੰਬੀਆਂ ਦੀਆਂ ਦੁਕਾਨਾਂ ਕਿਉਂ ਚੱਲ ਰਹੀਆਂ ਨੇ? ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਰਿਹਾ ਗੁਰੂ ਤੇ।
ਸਾਨੂੰ ਭਰੋਸਾ ਹੀ ਨਹੀਂ ਰਿਹਾ, ਸਾਡਾ ਭਰੋਸਾ ਐਡਾ ਕੱਚਾ ਹੈ, ਝਟ ਡੋਲ ਜਾਂਦੇ ਆ। ਨੌਵੇਂ ਪਾਤਸ਼ਾਹ ਜੀ ਦਾ ਨਾਮ ਲੈਣ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਰਿੱਧੀਆਂ ਸਿੱਧੀਆਂ ਬਰਕਤਾਂ ਧਾ ਕੇ ਘਰ ਵਿੱਚ ਆ ਜਾਂਦੀਆਂ ਤੇ ਅਸੀਂ ਫਿਰ ਭੱਜੇ ਫਿਰਦੇ ਇੱਧਰ ਉੱਧਰ। ਅਰਦਾਸ ਦੀ ਅਗਲੀ ਪੰਕਤੀ ਕਿਹੜੀ ਹੈ? ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ। ਤੁਹਾਡਾ ਧਿਆਨ ਜਦੋਂ ਅਰਦਾਸ ਵਿੱਚ ਜੁੜੇ ਹੋ ਨਾ, ਉਹਨਾਂ ਸਿੰਘਾਂ ਸਿੰਘਣੀਆਂ ਵੱਲ ਚਲਾ ਜਾਣਾ ਚਾਹੀਦਾ ਹੈ ਜਿਹੜੀਆਂ ਮੀਰ ਮੰਨੂ ਦੇ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਦੇ ਪੀਣ ਪੀਸਦੀਆਂ ਸਨ। ਇਹੋ ਤਾਂ ਯਾਦ ਕਰਾਉਣ ਵਾਸਤੇ ਸਮਾਗਮ ਕਰਾਏ ਗਏ ਨੇ। ਫਿਰ ਮੈਨੂੰ ਬੜਾ ਵਧੀਆ ਲੱਗਾ ਕਿ ਇਹ ਨਹੀਂ ਵੇਖਣਾ ਕਿ ਸਮਾਗਮ ਉਹ ਹੈ ਕਿ ਜਿਹਦੇ ਵਿੱਚ 1000 ਦਾ 2000 ਜਾਂ 3000 ਸੰਗਤ ਸੁਣਨ ਵਾਸਤੇ ਆਵੇ। 10 ਸਰੀਰ ਵੀ ਤੁਸੀਂ ਬੈਠੇ ਹੋ ਤਾਂ ਵੀ ਕੋਈ ਗੱਲ ਨਹੀਂ, ਇਕੱਠ ਥੋੜੀ ਕਰਨਾ ਹੈ। ਗੱਲ ਤਾਂ ਤੁਹਾਨੂੰ ਸਮਝਾਉਣੀ ਇਹ ਹੈ ਕਿ ਤੁਹਾਡਾ ਵਿਰਸਾ ਬੜਾ ਅਮੀਰ ਹੈ। ਤੁਹਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਕੀ ਕੀ ਕੀਤੀਆਂ ਨੇ, ਜਿਨ੍ਹਾਂ ਦਾ ਅੱਜ ਅਰਦਾਸ ਦੇ ਵਿੱਚ ਨਾਮ ਆਉਂਦਾ ਹੈ। ਚਾਹੇ ਉਹ ਅਰਦਾਸ ਸਿੱਖ ਕਿਤੇ ਬੈਠਾ ਹੈ, ਅਰਦਾਸ ਵਿੱਚ ਜਦੋਂ ਸਿੱਖ ਜੁੜਦਾ ਹੈ ਨਾ, ਉਹਨਾਂ ਸ਼ਹੀਦਾਂ ਸਿੰਘਾਂ ਨੂੰ, ਉਹਨਾਂ ਸਿੰਘਣੀਆਂ ਨੂੰ, ਉਹਨਾਂ ਮਾਈਆਂ ਬੀਬੀਆਂ ਨੂੰ ਯਾਦ ਕਰਦਾ ਹੈ। ਉਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਿਆ ਜਾਂਦਾ ਹੈ। ਇਹ ਯਾਦ ਕਰਾਉਣ ਵਾਸਤੇ ਤੁਹਾਨੂੰ, ਇਹ ਅਰਦਾਸ ਦੇ ਲਫ਼ਜ਼ਾਂ ਦੇ ਮਾਇਨੇ ਦੱਸਣ ਵਾਸਤੇ ਤੁਹਾਨੂੰ ਸਮਾਗਮ ਆਰੰਭ ਕੀਤੇ ਗਏ ਨੇ, ਹੋਰ ਕੋਈ ਕਾਰਨ ਨਹੀਂ। ਸਮਾਗਮ ਬੜੇ ਹੁੰਦੇ ਨੇ ਦੁਨੀਆ ਦੇ ਉੱਪਰ, ਕਾਰਜ ਇਹ ਹੁੰਦਾ ਹੈ ਅਸੀਂ ਕਾਰਜ ਕਰਨਾ ਹੈ, ਸਮਾਗਮ ਕਰਨਾ ਹੈ, ਪਰ ਕਿਸ ਕਾਰਨ ਹੋ ਰਿਹਾ ਉਹ ਕਾਰਨ ਲੱਭਦੇ ਹੀ ਨਹੀਂ। ਜਿਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਤਾਂ ਕਰ ਲੈਂਦੇ ਹਾਂ ਵੇਖੋ ਵੇਖੀ ਸਾਰੇ, ਪਰ ਸਾਨੂੰ ਪਰਿਕਰਮਾ ਦਾ ਮਾਇਨਿਆਂ ਦਾ ਹੀ ਨਹੀਂ ਪਤਾ ਕਿ ਪਰਿਕਰਮਾ ਕਿਉਂ ਕਰਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਵੇਖੋ ਵੇਖੀ ਟੇਕਦੇ ਆ ਨਾ, ਮਾਇਨੇ ਦਾ ਨਹੀਂ ਨਾ ਪਤਾ ਸਾਨੂੰ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਾਰੀ ਸਿਰ ਝੁਕ ਜਾਵੇ, ਉਹਨੂੰ ਫਿਰ ਦੂਸਰੇ ਦੇ ਦਰ ਤੇ ਝੁਕਣ ਦੀ ਲੋੜ ਨਹੀਂ ਰਹਿੰਦੀ। ਮੀਰ ਮੰਨੂ ਦੀ ਜੇਲ੍ਹ ਵਿੱਚ ਉਹ ਮਾਈਆਂ ਨੇ, ਉਹ ਭੈਣਾਂ ਨੇ ਜਿਨ੍ਹਾਂ ਦੇ ਅੱਗੇ ਸਵਾ ਸਵਾ ਮਣ ਦੇ ਪੀਣ ਦਿੱਤੇ ਗਏ ਪੀਸਣ ਵਾਸਤੇ। ਪਹਿਲਾਂ ਅਰਦਾਸ ਦੇ ਲਫ਼ਜ਼ ਸਨ, ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਣ ਦੇ ਪੀਣ ਪੀਸੇ। ਜਿਹੜੀਆਂ ਸਿੰਘਣੀਆਂ ਦਾ ਨਾਮ ਆਉਂਦਾ ਨਾ ਅਰਦਾਸ ਵਿੱਚ, ਉਹਨਾਂ ਮਾਈਆਂ ਦਾ ਹੀ ਆਉਂਦਾ ਹੈ। ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਕਾਦੇ ਵਾਸਤੇ? ਕੀ ਕਹਿੰਦੇ ਸਨ? ਸਿੱਖੀ ਛੱਡ ਦਿਓ, ਸਾਡੀਆਂ ਬੇਗਮਾਂ ਬਣ ਜਾਓ, ਤੁਹਾਨੂੰ ਜਾਇਦਾਦਾਂ ਦੇ ਦੇਵਾਂਗੇ, ਤੁਹਾਡੇ ਬੱਚੇ ਆਨੰਦ ਮਾਣਨਗੇ। ਅੱਜ ਤੱਕ ਸਾਨੂੰ ਕੋਈ ਡਰਾਵਾ ਦਿੱਤਾ ਹੀ ਨਹੀਂ ਜਾ ਰਿਹਾ। ਅੱਜ ਤਾਂ ਨਹੀਂ ਸਾਨੂੰ ਕੋਈ ਡਰਾਵਾ ਇਸ ਤਰ੍ਹਾਂ ਦੀ, ਤਲਵਾਰ ਤਾਂ ਸਾਡੇ ਸਿਰ ਤੇ ਨਹੀਂ ਨਾ ਲਟਕਦੀ। ਅੱਜ ਤਾਂ ਚੰਦ ਛਿੱਲੜਾਂ ਦੀ ਖਾਤਰ ਅਸੀਂ ਤਾਂ ਡੋਲ ਜਾਂਦੇ ਆ ਨਾ। ਉਹਨਾਂ ਮਾਈਆਂ ਬੀਬੀਆਂ ਦਾ ਧਿਆਨ ਧਰਿਓ ਮੀਰ ਮੰਨੂ ਦੇ ਜੇਲ੍ਹ ਦੇ ਵਿੱਚ, ਕਿਉਂਕਿ ਮਾਤਾਵਾਂ ਦੀ ਗਿਣਤੀ ਇਸ ਸਮਾਗਮ ਦੇ ਵਿੱਚ ਜ਼ਿਆਦਾ ਹੈ। ਮੈਂ ਕਈ ਵਾਰੀ ਵੇਖਦਾ ਹੁੰਦਾ ਕਿ ਆ ਜਿਹੜੀਆਂ ਮਾਤਾਵਾਂ ਬੀਬੀਆਂ ਬੈਠੇ ਹੁੰਦੇ ਨਾ, ਉਹਨਾਂ ਦੀ ਜਿੱਥੇ ਵੀ ਜਾਈਏ ਗਿਣਤੀ ਜ਼ਿਆਦਾ ਹੀ ਹੁੰਦੀ ਹੈ। ਚਾਹੇ ਲੰਗਰਾਂ ਦੇ ਵਿੱਚ, ਲੰਗਰ ਪਕਾਉਣ ਦੇ ਵਿੱਚ, ਚਾਹੇ ਕੋਈ ਸੇਵਾਵਾਂ ਨਿਭਾਉਣ ਦੇ ਵਿੱਚ, ਚਾਹੇ ਸੰਗਤ ਵਿੱਚ ਬੈਠੇ ਆ। ਤੇ ਮੈਂ ਅਰਦਾਸ ਕਰਦਾ ਹੁੰਦਾ, ਮੈਨੂੰ ਇੱਕ ਵਾਰੀ ਗਿਆਨੀ ਜਸਵਿੰਦਰ ਸਿੰਘ ਜੀ ਦੱਸਦੇ ਸਨ, ਸਿੰਘ ਸਾਹਿਬ ਹੈੱਡ ਗ੍ਰੰਥੀ, ਸਾਬਕਾ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ, ਕਹਿੰਦੇ ਮੈਂ ਕਹਿੰਦਾ ਹੁੰਦਾ ਆ ਜਿਹੜੀਆਂ ਇੱਧਰ ਬੈਠੀਆਂ ਨੇ ਇਹਨਾਂ ਨੂੰ ਕਿਸੇ ਨੇ ਨਹੀਂ ਮੰਗਿਆ, ਪਰ ਗਿਣਤੀ ਫੇਰ ਗੁਰੂ ਰਾਮਦਾਸ ਨੇ ਇਹਨਾਂ ਦੀ ਜ਼ਿਆਦੀ ਰੱਖੀ ਹੈ, ਆਮਦ ਫਿਰ ਵੀ ਇਹਨਾਂ ਦੀ ਜ਼ਿਆਦੀ ਹੈ। ਜਿੱਥੇ ਸਿੰਘਣੀਆਂ ਦਾ ਨਾਮ ਆਉਂਦਾ ਹੈ ਨਾ, ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਣ ਦੇ ਪੀਣ ਪੀਸੇ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਨੇਜਿਆਂ ਦੇ ਸ਼ਿੰਗਾਰ ਬਣਾਏ, ਪਤੀ ਵਰਤਾ ਧਰਮ ਨਹੀਂ ਤਿਆਗਿਆ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੂੰ ਤਾਂ ਇਹੀ ਕਿਹਾ ਜਾ ਰਿਹਾ ਸੀ, ਸਿੱਖੀ ਛੱਡ ਦਿਓ। ਕਹਿੰਦੇ ਮਾਂ ਜਦੋਂ ਉਹਨਾਂ ਮਾਤਾਵਾਂ ਦਾ ਜਦੋਂ ਸ਼ਾਮਾਂ ਦਾ ਸਮਾਂ ਹੁੰਦਾ ਹੈ ਨਾ, ਉਹ ਇੱਕ ਅਰਦਾਸ ਵਿੱਚ ਜੁੜਦੀਆਂ ਨੇ, ਰਹਿਰਾਸ ਸਾਹਿਬ ਜੀ ਦਾ ਜਾਪ ਕਰਦੀਆਂ ਨੇ। ਹੇ ਕਲਗੀਧਰ ਪਾਤਸ਼ਾਹ, ਤੇਰੀਆਂ ਧੀਆਂ ਦਾ 4 ਪਹਿਰ ਦਿਨ ਸੁਖ ਦਾ ਬਤੀਤ ਹੋਇਆ ਹੈ, ਰਹਿਣ ਆਈ ਭਾਣੇ ਅੰਦਰ ਸੁਖ ਦੀ ਬਤੀਤ। ਸਾਰਾ ਦਿਨ ਗਰਮੀਆਂ ਦੇ ਦਿਨਾਂ ਵਿੱਚ ਮੀਰ ਮੰਨੂ ਦੇ ਤਹਿਖਾਨੇ ਦੇ ਵਿੱਚ, ਜਿੱਥੇ ਹਵਾ ਵੀ ਨਹੀਂ ਪਹੁੰਚ ਸਕਦੀ, ਉੱਥੇ ਸਾਰਾ ਦਿਨ ਪੀਣ ਪੀਏ ਤੇ ਸ਼ਾਮਾਂ ਨੂੰ ਅਰਦਾਸ ਕੀ ਕੀਤੀ,
ਕਿ ਮਹਾਰਾਜ 4 ਪਹਿਰ ਦਿਨ ਤੇਰੇ ਹੁਕਮ ਅੰਦਰ ਸੁਖ ਦਾ ਬਤੀਤ ਹੋਇਆ। ਜਦੋਂ ਜ਼ਾਲਮਾਂ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਨਾ ਸੁਖ, ਉਹ ਮੂੰਹ ਚੋਂ ਹਾਏ ਕਢਾਉਣਾ ਚਾਹੁੰਦੇ ਸਨ ਕਿ ਅੱਜ ਬੜਾ ਦੁੱਖ ਦਾ ਦਿਨ ਬਤੀਤ ਹੋਇਆ, ਅੱਜ ਬੜੇ ਤਸੀਹੇ ਸਹਿ ਨੇ। ਪਰ ਜਦੋਂ ਰਾਤ ਨੂੰ ਫਿਰ ਤਸੀਹਿਆਂ ਵਿੱਚ ਇਜ਼ਾਫਾ ਕੀਤਾ ਜਾਂਦਾ ਹੈ, ਸਵੇਰ ਹੁੰਦੀ ਹੈ, ਉਹ ਮਾਤਾਵਾਂ ਭੈਣਾਂ ਫਿਰ 5 ਬਾਣੀਆਂ ਦਾ ਨਿਤਨੇਮ ਕਰਦੀਆਂ ਨੇ, ਫਿਰ ਅਰਦਾਸ ਕਰਦੀਆਂ ਨੇ, ਸੱਚੇ ਪਾਤਸ਼ਾਹ 4 ਪਹਿਰ ਰਹਿਣ ਤੇਰੇ ਹੁਕਮ ਅੰਦਰ ਸੁਖ ਦੀ ਬਤੀਤ ਹੋਈ। ਜ਼ਾਲਮ ਕੀ ਕਰਦੇ ਨੇ, ਇਹਨਾਂ ਦੀ ਜ਼ਬਾਨ ਤੋਂ ਹਾਏ ਕਢਾਉਣਾ ਹੈ। ਕਹਿੰਦੇ ਬੱਚਿਆਂ ਨੂੰ ਮਾਵਾਂ ਦੀਆਂ ਗੋਦਾਂ ਦੇ ਵਿੱਚ ਦੁੱਧ ਚੁੰਗਦੇ ਆ, ਬੱਚਿਆਂ ਨੂੰ ਖੋਹ ਲਿਆ ਜਾਂਦਾ ਹੈ। ਉਸ ਬੱਚੇ ਨੂੰ ਖੋ ਕੇ ਨਾ ਮਾਂ ਦੀਆਂ ਖੁੱਲੀਆਂ ਅੱਖਾਂ ਦੇ ਸਾਹਮਣੇ ਮਾਂ ਵੇਖ ਰਹੀ ਹੈ ਅਡੋਲ, ਇੱਕ ਬੱਚਾ ਤਾਂ ਨੂੰ ਉਛਾਲਦਾ ਹੈ, ਜ਼ਾਲਮ ਦੂਸਰਾ ਥੱਲੇ ਨੇਜਾ ਕਰ ਦਿੰਦਾ ਹੈ। ਉਹ ਬੱਚਾ ਨੇਜੇ ਵਿੱਚ ਪਰੋਇਆ ਜਾਂਦਾ ਹੈ, ਨੇਜੇ ਦੇ ਵਿੱਚ ਤੜਫ ਤੜਫ ਕੇ ਉਹ ਬੱਚਾ ਜਾਨ ਦੇ ਦਿੰਦਾ ਹੈ। ਉਸ ਬੱਚੇ ਨੂੰ ਤੜਫਦੇ ਹੋਏ ਨੂੰ ਮਾਂ ਦੀ ਗੋਦ ਵਿੱਚ ਲਿਆ ਕੇ ਪਾ ਦਿੱਤਾ ਜਾਂਦਾ ਹੈ। ਇਹ ਸਿੱਖੀ ਗੁਰੂ ਨਾਨਕ ਦੀ। ਮਾਵਾਂ ਦੇ ਕੋਲੋਂ 2-2 ਦੁਪੱਟੇ ਹੁੰਦੇ ਸਨ, ਇੱਕ ਕਮਰ ਕੱਸਾ ਹੁੰਦਾ ਸੀ, ਇੱਕ ਸੀਸ ਤੇ ਕੇਸਕੀ ਹੁੰਦੀ ਸੀ, ਇੱਕ ਉੱਪਰ ਫਿਰ ਦੁਪੱਟਾ ਲਿਆ ਹੁੰਦਾ ਸੀ। ਮਾਂ ਕੀ ਕਰਦੀ ਹੈ, ਕਮਰ ਕੱਸਾ ਖੋਲ ਕੇ ਤੇ ਆਪਣੇ ਬੱਚੇ ਦੇ ਉੱਪਰ ਦੇ ਦਿੰਦੀ ਹੈ ਤੇ ਅਡੋਲ ਪਾਣੇ ਵਿੱਚ ਬੈਠੀ ਰਹਿੰਦੀ ਹੈ। ਫਿਰ ਸ਼ਾਮ ਪੈਂਦੀ, ਫਿਰ ਉਹ ਅਰਦਾਸ, ਫਿਰ ਜ਼ਾਲਮ ਕੀ ਕਰਦੇ ਨੇ, ਕਹਿੰਦੇ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਉਹਨਾਂ ਨੂੰ ਡਲਾਉਣ ਵਾਸਤੇ ਜਿਹੜੀਆਂ ਅਸੀਂ ਚੰਦ ਛਿਲੜਾ ਖਾਤਰ ਅੱਜ ਡੋਲੇ ਹੋਏ ਆ ਨਾ, ਉਹ ਮਾਈਆਂ ਨੇ ਪੁੱਤਰਾਂ ਨੂੰ ਬੱਚਿਆਂ ਦੇ ਟੋਟੇ ਕਰਕੇ ਨਾ, ਟੋਟੇ ਟੋਟੇ ਕਰਕੇ ਨਿੱਕੇ ਨਿੱਕੇ ਰੱਸੀ ਦੇ ਵਿੱਚ ਪਰੋ ਕੇ ਤੇ ਉਹਨਾਂ ਦੇ ਗਲ ਵਿੱਚ ਪਾਏ ਜਾਂਦੇ ਨੇ। ਲੈ ਸਿੱਖੀ ਦਾ ਨਜ਼ਾਰਾ ਵੇਖ। ਫਿਰ ਮਾਵਾਂ ਦੇ ਰਸਨਾਂ ਤੇ, ਕਿਉਂਕਿ ਉਹਨਾਂ ਦੇ ਅੰਦਰ ਬਾਣੀ ਸੀ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਤੇ ਘਰ ਦੇ ਵਿੱਚ ਕਿਤੇ ਦੀਵਾ ਨਾ ਜਗਣਾ, ਹਨੇਰਾ ਹੋ ਜਾਣਾ ਤੇ ਹਨੇਰੇ ਦੇ ਵਿੱਚ ਚਾਮ ਚੜਿੱਕਨੇ ਆ ਜਾਣਾ, ਉੱਲੂ ਬੋਲਣ ਲੱਗ ਪੈਣੇ। ਚਾਮ ਚੜਿੱਕ, ਇੱਕ ਬਿੱਲ ਬਤੌੜੀ, ਇੱਕ ਉੱਲੂ ਹੈ, ਇਹ ਤਿੰਨੇ ਹਨੇਰੇ ਦੇ ਉਪਾਸ਼ਕ ਨੇ। ਜਦੋਂ ਹਨੇਰਾ ਹੋ ਜਾਵੇ ਨਾ, ਉੱਲੂ ਬੋਲਣ ਲੱਗ ਪੈਂਦੇ ਨੇ, ਚਾਮ ਚੜਿੱਕਾਂ ਘਰਾਂ ਵਿੱਚ ਆ ਜਾਂਦੀਆਂ ਨੇ। ਜਰਾ ਜਦੋਂ ਚਾਮ ਚੜਿੱਕ ਆ ਜਾਣੀ, ਡਰ ਜਾਣਾ ਤੇ ਸਾਡੀ ਮਾਂ ਨੇ ਕਹਿਣਾ ਦੀਵਾ ਬਾਲ ਦਿਓ, ਫਿਰ ਭੱਜ ਜਾਣਾ ਪੁੱਤ, ਜਦੋਂ ਚਾਨਣ ਹੋ ਗਿਆ ਇਹਨੇ ਬਾਹਰ ਭੱਜ ਜਾਣਾ, ਇਹਨੂੰ ਭਜਾਉਣ ਦੀ ਲੋੜ ਨਹੀਂ, ਇਹਨੇ ਆਪੇ ਭੱਜ ਜਾਣਾ। ਜਦੋਂ ਸੂਰਜ ਚੜ ਗਿਆ, ਚਾਨਣ ਹੋ ਗਿਆ, ਉੱਲੂ ਨੇ ਬੋਲਣ ਵਰ ਜਾਣਾ। ਅੱਜ ਸਾਡੇ ਦਰਵਾਜ਼ਿਆਂ ਤੇ ਚਾਮ ਚਿੜਕਾਂ, ਬਿੱਲ ਬਤੌੜੀਆਂ, ਉੱਲੂ ਕਿਉਂ ਬੋਲਣ ਲੱਗ ਪਏ? ਕਿਉਂਕਿ ਸਾਡੇ ਘਰਾਂ ਦੇ ਵਿੱਚ ਹਨੇਰਾ ਹੋ ਗਿਆ ਅਗਿਆਨਤਾ ਦਾ। ਸਾਡੇ ਘਰਾਂ ਦੇ ਅੰਦਰ ਜਪਜੀ ਸਾਹਿਬ ਦੀ ਰੌਸ਼ਨੀ ਨਹੀਂ ਰਹੀ, ਸਾਡੇ ਘਰਾਂ ਦੇ ਅੰਦਰ ਨਿਤਨੇਮ ਦਾ ਪਹਿਰਾ ਨਹੀਂ ਰਿਹਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਜਿਸ ਦਿਨ ਤੁਸੀਂ ਆਪਣੇ ਘਰਾਂ ਦੇ ਵਿੱਚ ਜਪਜੀ ਸਾਹਿਬ ਦਾ ਜਾਪ ਦਾ ਚਾਨਣ ਕਰ ਦਵੋਗੇ ਨਾ, ਉਸ ਦਿਨ ਇਹਨਾਂ ਡੰਮੀਆਂ ਪਖੰਡੀਆਂ ਨੂੰ ਭਜਾਉਣ ਦੀ ਲੋੜ ਨਹੀਂ ਪੈਣੀ, ਇਹਨਾਂ ਆਪੇ ਭੱਜਣਾ ਹੈ। ਜਦੋਂ ਤੁਹਾਡੇ ਅੰਦਰ ਚਾਨਣ ਹੋ ਗਿਆ, ਤੁਹਾਡੇ ਹਿਰਦੇ ਦੇ ਅੰਦਰ ਗੁਰਬਾਣੀ ਨੇ ਚਾਨਣ ਕਰ ਦਿੱਤਾ, ਤੁਹਾਨੂੰ ਸਮਝ ਪੈ ਜਾਣੀ ਹੈ। ਬੱਚਿਆਂ ਦੇ ਟੋਟੇ ਕਰਵਾ ਕੇ ਮਾਵਾਂ ਨੇ ਗਲਾਂ ਵਿੱਚ ਹਾਰ ਪਵਾਏ। ਫਿਰ ਜਦੋਂ ਰਸਨਾ ਤੋਂ ਬਚਨ ਆਉਂਦੇ ਨੇ ਨਾ, 4 ਪਹਿਰ ਰਹਿਣ, 4 ਪਹਿਰ ਦਿਨ ਤੇਰੇ ਭਾਣੇ ਅੰਦਰ ਬਤੀਤ ਹੋਇਆ। ਜਿਹੜੀ ਮਾਂ ਜਾਂ ਭੈਣ ਗਰਭਵਤੀ ਹੁੰਦੀ ਹੈ, ਮੈਂ ਕਹਿੰਦਾ ਕੌਮ ਦੇ ਅੰਦਰ ਬਜ਼ੁਰਗ ਤੋਂ ਬਜ਼ੁਰਗ, ਵੱਡੀ ਤੋਂ ਵੱਡੀ ਉਮਰ ਦਾ ਸ਼ਹੀਦ ਹੈ, ਛੋਟੀ ਤੋਂ ਛੋਟੀ ਉਮਰ ਦਾ ਵੀ ਸ਼ਹੀਦ ਹੈਗਾ। 5 ਸਾਲ ਤੇ 7 ਸਾਲ ਦੁੱਧ ਚੁੰਗਦੇ ਮਾਸੂਮ ਬੱਚੇ, ਉਹਨਾਂ ਤੋਂ ਵੀ ਕੌਮ ਅੰਦਰ ਛੋਟਾ ਸ਼ਹੀਦ ਵੇਖਣਾ। ਕਹਿੰਦੇ ਆਓ, ਇਤਿਹਾਸ ਕਹਿੰਦਾ, ਤਵਾਰੀਖ ਕਹਿੰਦੀਆਂ ਨੇ, ਆਓ ਵਿਖਾਈਏ ਤੁਹਾਨੂੰ। ਹੈ ਦੁੱਧ ਚੁੰਗਦੇ ਸਾਲ ਸਾਲ ਦੇ, ਮਹੀਨੇ ਮਹੀਨੇ ਦੇ, 6-6 ਮਹੀਨਿਆਂ ਦੇ ਬੱਚਿਆਂ ਤੋਂ ਹੋਰ ਵੀ ਛੋਟਾ ਸ਼ਹੀਦ ਸਾਡੀ ਕੌਮ ਵਿੱਚ ਹੈ। ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਪਰ ਉਹ ਮਾਤਾਵਾਂ ਨੂੰ ਡੁਲਾ ਨਹੀਂ ਸਕਿਆ, ਮਾਤਾਵਾਂ ਦੇ ਹਿਰਦੇ ਨਹੀਂ ਡੁਲਾ ਸਕੇ। ਜਿਹੜੀ ਮਾਂ ਜਾਂ ਭੈਣ ਗਰਭਵਤੀ ਹੁੰਦੀ ਸੀ, ਉਹਦੇ ਪੇਟ ਦੇ ਥੱਲੇ ਇੱਕ ਪੱਥਰ ਰੱਖ ਕੇ, ਦੂਸਰਾ ਪੱਥਰ ਉਹਦੇ ਪੇਟ ਤੇ ਮਾਰ ਕੇ ਮਾਤਾ ਦੇ ਸਮੇਤ ਬੱਚੇ ਨੂੰ ਪੇਟ ਵਿੱਚ ਹੀ ਖਤਮ ਕੀਤਾ ਜਾਂਦਾ ਸੀ।
ਮੀਰ ਮੰਨੂ ਦੇ ਭੋਰੇ ਦੇ ਵਿੱਚ, ਜਿਨ੍ਹਾਂ ਕੌਮ ਦੇ ਸ਼ਹੀਦਾਂ ਨੂੰ ਅਸੀਂ ਭੁੱਲ ਗਏ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ, ਆਪਣੇ ਵੱਡ ਵਡੇਰਿਆਂ ਨੂੰ ਭੁੱਲ ਜਾਇਆ ਕਰਦੀਆਂ ਨੇ, ਅੱਜ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਇਸ ਸਮਾਗਮ ਸੁਣ ਰਹੀਆਂ ਨੇ। ਯਾਦ ਰੱਖਿਓ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਨੇਸ ਤੋਂ ਨਾਬੂਦ ਹੋ ਜਾਇਆ ਕਰਦੀਆਂ। ਅੱਜ ਬੁੱਧ ਧਰਮ ਕਿੱਥੇ ਹੈ? ਅੱਜ ਅਨੇਕਾਂ ਧਰਮ ਇਸ ਭਾਰਤ ਵਰਸ਼ ਦੀ ਧਰਤੀ ਤੇ ਨੇਸ ਤੋਂ ਨਾਬੂਦ ਹੋ ਗਏ। ਜਿਹੜੀਆਂ ਕੌਮਾਂ ਆਪਣੇ ਵੱਡ ਵਡੇਰਿਆਂ ਨੂੰ ਭੁੱਲ ਗਈਆਂ, ਦੁਨੀਆ ਤੇ ਖਤਮ ਹੋ ਗਈਆਂ। ਆ ਤਾਂ ਜਦੋਂ ਦਸੰਬਰ ਦਾ ਮਹੀਨਾ ਆਉਂਦਾ, ਸਾਹਿਬਜ਼ਾਦੇ ਸਾਨੂੰ ਵੀ ਉਦੋਂ ਹੀ ਚੇਤੇ ਆਉਂਦੇ ਨੇ। ਦਸੰਬਰ ਦੇ ਮਹੀਨੇ ਵਿੱਚ ਜਦੋਂ ਪੰਦਰਵਾੜਾ ਆਰੰਭ ਹੁੰਦਾ ਹੈ ਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦਾ, ਸਾਨੂੰ ਕੇਵਲ ਉਹ 15 ਦਿਨ ਸਾਹਿਬਜ਼ਾਦੇ ਯਾਦ ਰਹਿੰਦੇ ਨੇ, ਮੁੜ ਕੇ ਭੁੱਲ ਜਾਂਦੇ ਆ। ਪਹਿਲਾਂ ਸਿੱਖੀ ਪਰਪੱਕ ਕਿਉਂ ਸੀ? ਕਿਉਂਕਿ ਰੋਜ਼ ਰਾਤ ਨੂੰ ਸੌਣ ਲੱਗਿਆਂ ਸਾਡੀਆਂ ਦਾਦੀਆਂ, ਸਾਡੀਆਂ ਮਾਵਾਂ ਗੋਦੀ ਵਿੱਚ ਬਿਠਾ ਕੇ ਸਾਹਿਬਜ਼ਾਦਿਆਂ ਦੀਆਂ ਗਥਾਵਾਂ ਸੁਣਾਉਂਦੀਆਂ ਸਨ, ਉਹਨਾਂ ਨੂੰ ਉਸ ਦਿਨ ਲਈ ਤਿਆਰ ਕਰਦੀਆਂ ਸਨ। ਜੇ ਅਸੀਂ ਆਪਣੇ ਸ਼ਹੀਦਾਂ ਨੂੰ, ਆਪਣੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਨਾ, ਆਉਣ ਵਾਲੇ ਇਤਿਹਾਸ ਨੇ ਸਾਨੂੰ ਕਦੇ ਮਾਫ ਨਹੀਂ ਕਰਨਾ, ਸਾਨੂੰ ਨਹੀਂ ਮਾਫ ਕਰਨਾ। ਅੱਜ ਕਿਉਂ ਸਾਡੇ ਦਰਵਾਜ਼ਿਆਂ ਤੇ ਆਣ ਕੇ ਦੱਬੀ ਦਸਤਕ ਦੇਣ ਲੱਗ ਪਏ? ਕਿਉਂ ਦੇਣ ਲੱਗ ਪਏ? ਵੱਡੇ ਤੋਂ ਵੱਡਾ ਤੁਹਾਡੀ ਕੌਮ ਵਿੱਚ ਸ਼ਹੀਦ ਹੈ। ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ, ਪਰਿਕਰਮਾ 'ਚ ਵਰਦਿਆਂ ਖੰਡਾ ਲੈ ਕੇ ਬਾਬਾ ਦੀਪ ਸਿੰਘ ਜੀ ਖੜੇ ਨੇ। ਉਹਨਾਂ ਦਾ ਨਿਸ਼ਾਨ ਹੈ, ਉਹਨਾਂ ਦੀ ਉਸ ਧਰਤੀ ਦੇ ਉੱਪਰ ਰਹਿੰਦੀ ਦੁਨੀਆ ਤੱਕ ਨਿਸ਼ਾਨ ਰਹਿਣਾ ਹੈ। ਇੱਕ ਉਰਦੂ ਦਾ ਸ਼ਾਇਰ ਲਿਖਦਾ ਹੈ, ਕਹਿੰਦਾ ਮੈਂ ਜਦੋਂ ਕਿਸੇ ਨਮਾਜ਼ ਪੜ੍ਹਨ ਵਾਲੇ ਨਮਾਜ਼ੀ ਮੁਸਲਮਾਨ ਦੇ ਮਸਤਕ ਤੇ ਨਿਸ਼ਾਨ ਵੇਖਦਾ ਹੈ ਨਾ, ਉਹਨਾਂ ਦੇ ਇੱਥੇ ਨਿਸ਼ਾਨ ਪਿਆ ਹੁੰਦਾ ਹੈ। ਨਿਸ਼ਾਨ ਕਿਉਂ ਪਿਆ ਹੁੰਦਾ? ਕਿਉਂਕਿ ਜਦੋਂ ਸਜਦਾ ਕਰਦੇ ਨੇ ਮੱਥੇ ਨੂੰ ਰਗੜੀ ਜਾਂਦੇ ਨੇ, ਬੜੇ ਸਜਦੇ ਕਰਦੇ ਨੇ, ਉਹਨਾਂ ਦੇ ਮੱਥੇ ਤੇ ਇੱਕ ਨਿਸ਼ਾਨ ਪੈ ਜਾਂਦਾ ਹੈ। ਉਹ ਉਰਦੂ ਦਾ ਸ਼ਾਇਰ ਲਿਖਦਾ ਹੈ, ਕਹਿੰਦਾ ਇਹ ਨਿਸ਼ਾਨ ਤੇਰਾ ਜਦੋਂ ਤੂੰ ਸੜ ਗਿਆ ਨਾ, ਮਰ ਗਿਆ, ਤੇਰੇ ਨਾਲ ਹੀ ਅੱਗ ਵਿੱਚ ਸੜ ਜਾਣਾ ਹੈ। ਇਹ ਤਾਂ ਇੱਥੇ ਖਤਮ ਹੋ ਜਾਣਾ ਹੈ। ਤੂੰ ਸਜਦੇ ਕਰ ਕਰਕੇ ਮੱਥੇ ਤੇ ਨਿਸ਼ਾਨ ਬਣਾ ਲਿਆ, ਲੋਕਾਂ ਨੂੰ ਪਤਾ ਲੱਗ ਪਿਆ ਕਿ 5 ਵਕਤ ਦਾ ਨਮਾਜ਼ੀ ਹੈ। ਪਰ ਯਾਦ ਰੱਖੀ, ਜਦੋਂ ਤੂੰ ਮਰ ਗਿਆ ਇਹਨੇ ਨਾਲ ਖਤਮ ਹੋ ਜਾਣਾ ਹੈ, ਇੱਥੇ ਰਹਿ ਜਾਣਾ ਹੈ। ਕੋਈ ਦੁਨੀਆ ਤੇ ਐਸਾ ਸਜਦਾ ਕਰ ਜਾ ਜਿਹੜਾ ਤੇਰਾ ਜ਼ਮੀਨ ਤੇ ਨਿਸ਼ਾਨ ਦੁਨੀਆ ਰਹਿੰਦੀ ਦੁਨੀਆ ਤੱਕ ਰਹਿ ਜਾਵੇ। ਨਿਸ਼ਾਨੇ ਸਜੂਦ तेरी ज़मीं पे हुआ तो क्या, कोई ऐसा सजदा कर जमीन पे निशान रह जाए। बाबा दीप सिंह जी ने ऐसा सजदा गुरु रामदास जी ने कीता है, रहिंदी दुनिया तक बाबा दीप सिंह जी का वो निशान दुनिया ते रहेगा। ऐसा निशान, ऐसा सजदा बाबा गुरबख्श सिंह जी ने गुरु रामदास जी ने कीता है, रहिंदी दुनिया तक निशान रहेगा। ऐसे सजदे उन्हां सूरवीर योधिया ने श्री अकाल तख्त साहिब सचखंड श्री हरमंदर साहिब की अजमत लई कीते। संत ज्ञानी जरनैल सिंह खालसा भिंडरां वालियां दे नाल जुझण वाले सूरमियां दे रहिंदी दुनिया तक निशान दुनिया ते रहणगे। असीं अपने विरसे नूं पहचाणीए, असीं कौन आ, साडा विरसा बड़ा अमीर है। जिस गुरु दे तुसीं सिख हो ना, उस गुरु दे चरनां दे उपर नवाब दौलत खां वर्गे भी झुक गए। जिस गुरु दे तुसीं सिख हो, जिस गुरु दे तुसीं सेवक हो, जिस गुरु ने तुहानूं सिख बनाया है, उस गुरु दे चरनां ते बहावल हक वर्गे जिहड़े पीरां दे पीर सन, उन्हां ने सजदे कीते। असीं पता नहीं किन्ना किन्ना दे दर ते जाके सजदे करदे फिरदे। आखिरी वचन कह के भाई गुरदास जी दा कवित कह के मैं खिमा मंग लवां। सचखंड श्री हरमंदर साहिब दे हजूरी रागी भाई शुभदीप सिंह जी पहुंच चुके ने। उन्होंने आप जी नूं गुरु रामदास जी के दर तो लईआं होईआं बख्शिशां दे नाल सरशार करना है। भाई गुरदास जी का एक कवित कह देवां। भाई गुरदास जी कहंदे जिहड़ा अपने गुरु नूं तलांजलि दे के, अपने गुरु नूं पिठ दे के होरनां दे पिछे दौड़दा फिरदा है ना, जिन्हां दे धर्म ने उन्हां नूं मुबारक, उन्हां दे धर्म, उन्हां नूं उन्हां दे धर्म मुबारक है, सानूं साडे धर्म मुबारक ने। पर एक गल याद रखियो, तुहाडे अथरू पुंजण वास्ते जदों भी आएगा उदों सिख ही आवेगा, दूसरा नहीं कोई आउण लगा।
ਦੂਸਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਤੁਹਾਡਾ ਦਰਦ ਵੰਡਾਉਣ ਵਾਸਤੇ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਣ ਵਾਲਾ ਸਿੱਖ ਆਵੇਗਾ, ਕੋਈ ਨਹੀਂ ਆਵੇਗਾ ਮਾੜੇ ਸਮੇਂ ਔਖੇ ਸਮੇਂ। ਇੱਕ ਗੱਲ ਯਾਦ ਆਪਣੇ ਹਿਰਦਿਆਂ ਦੇ ਅੰਦਰ ਇਹ ਗੱਲ ਵਸਾ ਲਿਓ। ਅੱਜ ਤੱਕ ਜਿਹੜਾ 4 ਛਿੱਲੜਾਂ ਦੀ ਖਾਤਰ ਆਪਣਾ ਗੁਰੂ ਨੂੰ ਪਿੱਠ ਦੇ ਦਿੰਦਾ ਹੈ, ਕੱਲ ਨੂੰ ਉਹਦੇ ਤੇ ਕੀ ਇਤਬਾਰ ਹੈ ਕਿ ਕੱਲ ਨੂੰ ਹੋਰ ਕੋਈ ਬੰਦਾ ਆਣ ਕੇ ਉਸ ਤੋਂ ਵੱਧ 4 ਛਿੱਲੜਾਂ ਦੇ ਕੇ ਉਹਨੂੰ ਖਰੀਦ ਲਵੇਗਾ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਮ੍ਰਿਗ ਰਾਜ ਤਨ ਜੰਬਕ ਅਧੀਨ ਹੋਤ। ਮ੍ਰਿਗ ਰਾਜ, ਮ੍ਰਿਗ ਦਾ ਰਾਜਾ, ਜੰਗਲ ਦਾ ਰਾਜਾ ਸ਼ੇਰ ਹੈ, ਬੱਬਰ ਸ਼ੇਰ ਹੈ। ਕਹਿੰਦੇ ਸ਼ੇਰ ਦਾ ਪੁੱਤਰ ਹੋਵੇ ਤੇ ਗਿੱਦੜ ਦੀ ਅਧੀਨਤਾ ਕਰ ਲਵੇ। ਜੰਬਕ ਦੇ ਅਰਥ ਨੇ ਗਿੱਦੜ। ਜੈਸੇ ਮ੍ਰਿਗ ਰਾਜ ਤਨ ਜੰਬਕ ਅਧੀਨ ਹੋਤ, ਖੱਗ ਪਤ ਸੁਤ ਜਾਏ ਜੋ ਹਾਰਤ ਕਾਗ ਹੈ। ਤੁਹਾਨੂੰ ਕੇਵਲ ਮੈਂ ਟੂਕ ਬਾਤਰ ਇਸ਼ਾਰਾ ਦੇਣਾ, ਸਮਾਂ ਮੇਰਾ ਹੋ ਚੁੱਕਾ ਹੈ। ਖੱਗ ਪਤ ਗਰੜ ਪੰਛੀ ਦਾ ਪੁੱਤਰ ਹੋਵੇ ਤੇ ਜਾ ਕੇ ਕਾਂ ਦੇ ਅੱਗੇ ਅਧੀਨਤਾ ਕਰ ਲਵੇ। ਖੱਗ ਪਤ ਸੁਤ ਜਾਏ ਜੋ ਹਾਰਤ ਕਾਗ ਹੈ। ਕਹਿੰਦੇ ਜੈਸੇ ਕਾਮ ਧੇਨ ਸੁਤ ਸੂਕਰੀ ਸਥਨ ਪਾਨ। ਕਾਮ ਧੇਨ ਗਊ ਦਾ ਪੁੱਤਰ ਹੋਵੇ ਤੇ ਜਾ ਕੇ ਸੂਰੀ ਦੇ ਥਣਾ ਨੂੰ ਮੂੰਹ ਮਾਰੇ। ਸੂਰਨੀ ਦਾ ਦੁੱਧ ਚੁੰਗੇ। ਇੱਕ ਕਵਿਤ ਦੀਆਂ ਮੈਨੂੰ 3 ਪੰਕਤੀਆਂ ਯਾਦ ਨੇ, ਮੈਂ ਤਿੰਨੋਂ ਹੀ ਸੁਣਾਵਾਂਗਾ ਤੁਹਾਨੂੰ, ਪਰ ਹੈ ਬੜੀਆਂ ਬਾ ਕਮਾਲ ਭਾਈ ਗੁਰਦਾਸ ਜੀ ਦੀਆਂ। ਕਹਿੰਦੇ ਗਊ ਦਾ ਪੁੱਤਰ ਹੋਵੇ ਤੇ ਜਾ ਕੇ ਸੂਰਨੀ ਦੇ ਥਣਾ ਤੋਂ ਜਾ ਕੇ ਦੁੱਧ ਦੀ ਆਸ ਲੈ ਕੇ ਜਾਵੇ। ਸੂਰਨੀ ਦੇ ਥਣਾ ਨੂੰ ਮੂੰਹ ਮਾਰੇ ਜਾ ਕੇ, ਤੇ ਕੁਲ ਨੂੰ ਲਾਜ ਲਾਉਣ ਵਾਲੀ ਗੱਲ ਹੈ ਨਾ। ਸ਼ੇਰ ਦਾ ਪੁੱਤਰ ਗਧੇ ਨੂੰ ਨਮਸਕਾਰ ਕਰੇ, ਹੋਵੇ ਸ਼ੇਰ ਦਾ ਪੁੱਤਰ ਗਧੇ ਨੂੰ ਨਮਸਕਾਰ ਕਰੇ, ਫਿਰ ਕੁਲ ਨੂੰ ਦਾਗ ਲਾਉਣ ਵਾਲੀ ਗੱਲ ਹੈ, ਕਲੰਕਿਤ ਕਰਨ ਵਾਲੀ ਗੱਲ ਹੈ। ਗਰੜ ਪੰਛੀ ਦਾ ਪੁੱਤਰ ਹੋ ਕੇ ਜਾ ਕੇ ਕਾਂ ਦੀ ਅਧੀਨਤਾ ਕਰ ਲਵੇ। ਗਊ ਦਾ ਪੁੱਤਰ ਸੂਰਨੀ ਦੇ ਥਣਾ ਨੂੰ ਮੂੰਹ ਮਾਰੇ। ਕਾਮ ਧੇਨ ਸੁਤ ਸੂਕਰੀ ਸਥਨ ਪਾਨ ਐਰਾਵਤ ਸੁਤ। ਇੰਦਰ ਰਾਜੇ ਦਾ ਜਿਹੜਾ, ਇੰਦਰ ਦੇਵਤੇ ਦਾ ਜਿਹੜਾ ਹਾਥੀ ਹੈ ਨਾ, ਐਰਾਵਤ ਉਹਦਾ ਨਾਮ ਹੈ। ਐਰਾਵਤ ਹਾਥੀ ਦਾ ਪੁੱਤਰ ਹੋਵੇ। ਐਰਾਵਤ ਸੁਤ ਗਰਦਬ ਅਗਰ ਭਾਗ ਹੈ, ਗਧੇ ਦੇ ਅੱਗੇ ਭੱਜਾ ਫਿਰੇ। ਹੋਵੇ ਇੰਦਰ ਦੇ ਰਾਜੇ ਦੇ ਹਾਥੀ ਦਾ ਪੁੱਤਰ। ਹੁਣ ਤੁਸੀਂ ਆਪਣੇ ਆਪ ਨੂੰ ਅੰਦਾਜ਼ਾ ਲਾਇਓ ਕਿ ਅਸੀਂ ਕਿੱਥੇ ਖੜੇ ਹਾਂ। ਐਰਾਵਤ ਸੁਤ ਗਰਦਬ ਅਗਰ ਭਾਗ ਹੈ। ਕਹਿੰਦੇ ਤੈਸੇ ਗੁਰਸਿੱਖ ਸੁਤ ਆਨ ਦੇਵ ਕੀ ਸ਼ਰਨ ਜਾਏ। ਇਸੇ ਤਰ੍ਹਾਂ ਗੁਰਸਿੱਖ ਦਾ ਪੁੱਤਰ ਹੋਵੇ, ਆਪਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਛੱਡ ਕਰਕੇ ਹੋਰਨਾਂ ਦੇਵੀ ਦੇਵਤਿਆਂ ਦੀ ਜਾ ਕੇ ਸ਼ਰਨ ਲੈਂਦਾ ਫਿਰੇ। ਉਹਦੀ ਹਾਲਤ ਪਤਾ ਕਿਹਦੇ ਨਾਲ, ਤੁਲਨਾ ਪਤਾ ਕਿਹਦੇ ਨਾਲ ਕੀਤੀ ਭਾਈ ਗੁਰਦਾਸ ਜੀ ਨੇ? ਕਹਿੰਦੇ ਨਿਹਫਲ ਜਨਮ। ਉਹਦਾ ਜਨਮ ਤਾਂ ਨਿਸਫਲ ਹੀ ਹੈ। ਜੈਸੇ ਬੰਸ ਮੈਂ ਬਜ਼ਾਗ ਹੈ, ਜਿਵੇਂ ਭਲੀ ਕੁਲ ਦੇ ਵਿੱਚ ਕੋਈ ਦੋਗਲਾ ਪੁੱਤਰ ਪੈਦਾ ਹੋ ਜਾਵੇ, ਉਹਦੀ ਤੁਲਨਾ ਭਾਈ ਗੁਰਦਾਸ ਜੀ ਨੇ ਉਹਦੇ ਨਾਲ ਕੀਤੀ ਹੈ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਹੈ ਕਿ ਅਸੀਂ ਦੋਗਲੇ ਪੁੱਤਰ ਆ, ਜਿਹੜੇ ਆਪਣੇ ਗੁਰੂ ਨੂੰ ਛੱਡ ਕਰਕੇ ਤਲਾਂਜਲੀ ਦੇ ਕੇ ਇੱਧਰ ਉੱਧਰ ਭੱਜੇ ਫਿਰਦੇ ਆ, ਕਿ ਅਸੀਂ ਆਪਣੇ ਗੁਰੂ ਦੇ ਸੱਚੇ ਸੁੱਚੇ ਸਿੱਖ ਆ, ਕਿ ਅਸੀਂ ਸ਼ੇਰ ਦੇ ਪੁੱਤਰ ਆ, ਕਿ ਅਸੀਂ ਐਰਾਵਤ ਹਾਥੀ ਦੇ ਪੁੱਤਰਾਂ ਵਾਂਗੂ ਗਧਿਆਂ ਦੇ ਅੱਗੇ ਤਾਂ ਨਹੀਂ ਭੱਜਦੇ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਹੋਰ ਕਿਹਾ, ਉਹਦੀ ਪੰਕਤੀ ਇੱਕ ਹੀ ਕਵਾਂ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਿਵੇਂ ਇੱਕ ਗਊ ਦਾ ਬਛੜਾ ਹੈ, ਆਪਣੇ ਮਾਂ ਦੇ ਥਣਾ ਨੂੰ ਛੱਡ ਕੇ ਦੂਸਰੀ ਗਾਂ ਦੇ ਥਣਾ ਨੂੰ ਮੂੰਹ ਮਾਰੇ। ਮੈਂ ਨਹੀਂ ਕਹਿ ਰਿਹਾ, ਭਾਈ ਗੁਰਦਾਸ ਜੀ ਕਹਿ ਰਹੇ ਨੇ। ਜਿਸ ਗੁਰੂ ਨੂੰ ਤੁਸੀਂ ਨਮਸਕਾਰ ਕਰਦੇ ਹੋ ਨਾ, ਜਿਹੜੀ ਪਹਿਲੀ ਬੀੜ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਈ ਸੀ ਨਾ, ਉਹ ਭਾਈ ਗੁਰਦਾਸ ਜੀ ਦੇ ਕਰ ਕਮਲਾਂ ਨਾਲ ਲਿਖੀ ਗਈ ਸੀ ਰਾਮਸਰ ਸਾਹਿਬ ਦੀ ਪਾਵਨ ਧਰਤੀ ਤੇ, ਜਿਨ੍ਹਾਂ ਦੀਆਂ ਵਾਰਾਂ ਨੂੰ, ਜਿਨ੍ਹਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਇੱਕ ਗਾਂ ਦਾ ਬਛੜਾ ਹੈ, ਆਪਣੀ ਮਾਂ ਨੂੰ ਛੱਡ ਕਰਕੇ ਦੂਸਰੀ ਗਾਂ ਦੇ ਥਣਾ ਨੂੰ ਮੂੰਹ ਮਾਰੇ ਜਾ ਕੇ ਉੱਥੋਂ ਦੁੱਧ ਦੀ ਆਸ ਲੈ ਕੇ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਉੱਥੋਂ ਦੁੱਧ ਨਹੀਂ ਮਿਲਦਾ, ਉੱਥੋਂ ਲੱਤ ਮਿਲਦੀ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉੱਥੋਂ ਉਹਨੂੰ ਲੱਤ ਪ੍ਰਹਾਰ ਹੁੰਦੀ ਹੈ। ਉਹ ਕਹਿੰਦੀ ਇਹ ਦੁੱਧ ਮੈਂ ਆਪਣੇ ਬਛੜੇ ਵਾਸਤੇ ਰੱਖਿਆ।
ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਿੱਖ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਛੱਡ ਕਰਕੇ ਇੱਧਰ ਉੱਧਰ ਜਾਂਦਾ ਹੈ, ਉੱਥੋਂ ਵੀ ਉਹ ਟੱਕਰਾਂ ਹੀ ਖਾਂਦਾ ਹੈ, ਉੱਥੋਂ ਵੀ ਦੁੱਖ ਹੀ ਭੋਗਦਾ ਹੈ, ਉੱਥੋਂ ਵੀ ਉਹ ਠੋਕਰਾਂ ਹੀ ਮਿਲਦੀਆਂ ਨੇ। ਕਿਉਂਕਿ ਜਿਹੜਾ ਆਨੰਦ ਜਿਹੜਾ ਪਿਆਰ ਗੁਰੂ ਦੇ ਕੋਲ ਹੈ ਨਾ, ਉਹ ਕਿਸੇ ਕੋਲ ਨਹੀਂ। ਉਹਨਾਂ ਤਾਂ ਆਪਣਾ ਪਿਆਰ ਆਪਣੇ ਸੇਵਕਾਂ ਨੂੰ ਦੇਣ ਵਾਸਤੇ ਰੱਖਿਆ ਕਿ ਤੁਹਾਡੇ ਵਾਸਤੇ ਰੱਖਿਆ। ਭਾਈ ਗੁਰਦਾਸ ਜੀ ਕਹਿੰਦੇ ਆਂਬ ਕੀ ਸੱਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਕਹਿੰਦੇ ਜਿਹੜਾ ਪੱਕਾ ਅੰਬ ਖਾਣ ਦੀ ਚਾਹਤ ਰੱਖਦਾ ਹੈ ਨਾ, ਉਹ ਕੱਚੀ ਅੰਬੀ ਖਾਣ ਦੇ ਨਾਲ ਉਹਦੀ ਚਾਹਤ ਨਹੀਂ ਪੂਰੀ ਹੋ ਜਾਂਦੀ। ਆਂਬਨ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਜਿਹੜਾ ਪਿਆਰ ਪਿਓ ਦੀ ਗੋਦ ਵਿੱਚ ਬੈਠ ਕੇ ਪ੍ਰਾਪਤ ਹੋਣਾ ਹੈ, ਉਹ ਚਾਚੇ ਤਾਇਆਂ ਦੀ ਗੁਆਂਢੀਆਂ ਦੀ ਗੋਦ ਵਿੱਚੋਂ ਨਹੀਂ ਮਿਲਣਾ। ਸੋ ਸਾਹਿਬ ਕਿਰਪਾ ਕਰਨ। ਅਕਾਲ ਏਡ ਦਾ ਬਹੁਤ ਵੱਡਾ ਉਪਰਾਲਾ ਹੈ, ਸ਼ਲਾਘਾਯੋਗ ਉਪਰਾਲਾ ਹੈ। ਅਰਦਾਸ ਕਰਕੇ ਜਾਣਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਸੱਚੇ ਪਾਤਸ਼ਾਹ ਇਹ ਜਿਹੜਾ ਆ ਲਹਿਰ ਆਰੰਭ ਕਰ ਰਹੇ ਨੇ, ਸਿੱਖੀ ਸੰਭਾਲ ਲਹਿਰ, ਇਹਨੂੰ 4 ਚੰਨ ਲਾਇਓ, ਕਿਰਪਾ ਕਰਿਓ। ਜੋ ਮਨਸ਼ਾ ਲੈ ਕੇ ਹਿਰਦੇ ਦੇ ਵਿੱਚ ਭਾਵਨਾ ਲੈ ਕੇ ਚੱਲੇ ਨੇ, ਆਪ ਜੀ ਸਹਾਇਤਾ ਕਰਕੇ ਇਸ ਕਾਰਜ ਨੂੰ ਸੰਪੂਰਨ ਕਰਿਓ। ਇਹਦਾ ਸਾਨੂੰ ਆਊਟਪੁੱਟ ਵੀ ਮਿਲ ਜਾਵੇ। ਤੁਹਾਡੇ ਡੋਰ ਟੂ ਡੋਰ, ਤੁਹਾਡੇ ਦਰਵਾਜ਼ਿਆਂ ਤੇ ਆਣ ਕੇ ਸਿੱਖੀ ਦਾ ਪ੍ਰਚਾਰ ਹੋ ਰਿਹਾ। ਜੇ ਹੁਣ ਵੀ ਅਸੀਂ ਸੁੱਤੇ ਰਹਿ ਗਏ ਨਾ, ਤੇ ਸਮਝ ਲਿਓ ਕਿ ਜਿਵੇਂ ਪਿਆਸਾ ਨਦੀ ਦੇ ਕਿਨਾਰੇ ਤੇ ਜਾ ਕੇ ਕਹੇ ਮੈਂ ਤੇਰਾ ਪਾਣੀ ਨਹੀਂ ਪੀਣਾ, ਨਦੀ ਦਾ ਕਸੂਰ ਨਹੀਂ। ਜੇ ਉਹ ਪਿਆਸਾ ਮਰ ਗਿਆ ਨਾ, ਉਹਦਾ ਆਪਣਾ ਕਸੂਰ ਹੋਵੇਗਾ। ਅੱਜ ਤੁਹਾਡੇ ਦਰਵਾਜ਼ੇ ਤੇ ਸਿੱਖ ਕੌਮ ਦੀ ਮਹਾਨ ਸੰਸਥਾ ਆ ਕੇ ਅਕਾਲ ਏਡ ਵੱਲੋਂ ਤੁਹਾਨੂੰ ਆਵਾਜ਼ ਮਾਰੀ ਜਾ ਰਹੀ ਹੈ ਕਿ ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ ਲੱਗੋ, ਆਪਣੇ ਵਿਰਸੇ ਨੂੰ ਪਹਿਚਾਣੋ। ਜੇ ਅੱਜ ਵੀ ਤੁਸੀਂ ਸੁੱਤੇ ਰਹਿ ਗਏ ਤੇ ਫਿਰ ਕਸੂਰ ਸੰਸਥਾਵਾਂ ਦਾ ਨਹੀਂ, ਆਪਣੀ ਕਿਸਮਤ ਮਾੜੀ ਗਿਣ ਲਈਏ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਅਮਰੀਕ ਸਿੰਘ ਜੀ ਕੂਨਰ, ਜਿਹੜੇ ਇਸ ਸੰਸਥਾ ਦੇ MD ਨੇ। ਸਮੁੱਚੀ ਟੀਮ, ਭਾਈ ਤੇਜਿੰਦਰ ਸਿੰਘ ਜੀ, ਲਾਡੀ ਵੀਰ ਜੀ, ਮੇਰੇ ਸਤਿਕਾਰਯੋਗ ਵੀਰ ਜੀ ਸਟੇਟ ਸੈਕਟਰੀ ਦੀ ਸੇਵਾ ਬਾਖੂਬੀ ਨਿਭਾ ਰਹੇ ਨੇ। ਸਾਰੀ ਇਹ ਸਾਡੀ ਅਕਾਲ ਏਡ ਦੀ, ਕਿਉਂਕਿ ਮੈਂ ਆਪ ਸੇਵਾਵਾਂ ਇਹਨਾਂ ਦੇ ਨਾਲ ਕੀਤੀਆਂ ਨੇ। ਜਦੋਂ ਲਾਕਡਾਊਨ ਹੋਇਆ, ਬੜੇ ਦਰਵਾਜ਼ੇ ਬੰਦ ਹੋ ਗਏ। ਗੁਰੂ ਕੇ ਵਜ਼ੀਰਾਂ, ਅਖੰਡ ਪਾਠੀ ਸਿੰਘਾਂ ਨੂੰ ਰਾਸ਼ਨ ਘਰ ਘਰ ਇਸ ਸੰਸਥਾ ਨੇ ਪਹੁੰਚਾਇਆ। ਵੱਡਾ ਪਰਉਪਕਾਰ ਹੈ ਇਸ ਸੰਸਥਾ ਦਾ। ਸੋ ਆਓ ਸਹਿਯੋਗ ਦਈਏ ਸਾਰਿਆਂ ਦਾ। ਜੋ ਇਹ ਤੁਹਾਨੂੰ ਗੱਲ ਕਹਿਣ ਵਾਸਤੇ ਆਏ ਨੇ, ਉਹਨੂੰ ਮਨ ਕਰਕੇ, ਹਿਰਦੇ 'ਚ ਵਸਾ ਕਰਕੇ, ਅੰਮ੍ਰਿਤ ਛਕ ਕੇ, ਗੁਰੂ ਦੇ ਜਹਾਜ਼ੇ ਚੜ੍ਹ ਕੇ ਆਪਣਾ ਜੀਵਨ ਸਫਲਾ ਕਰੀਏ, ਤਾਂ ਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोने हाल सा